ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਿਥਿਆ ਭਰਾਤ ਬਡੇਰੋ ਹੈ, ਕੋਠੇ ਗ੍ਰਾਮ ਸੁਨਿਓ ਸੋ ਰਹੈ। ਲਿਖਿਓ ਪਟਾ ਮੈਂ ਦੀਨੋ ਜਬੈ, ਤਿਸ ਕੋ ਤਰਾਸਦ ਲਿਖਹੁ ਅਬੈ। ਪ੍ਰਿਥਿਆ ਭਰਾਤ ਬਡੇਰੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਨਿਵਾਜੇ ਪਾਵਨ ਮੁਕੱਦਸ ਅਸਥਾਨ ਗੁਰਦੁਆਰਾ ਸਾਹਿਬ ਵਿਖੇ, ਪਾਵਨ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਵੱਡੇ ਭਾਗ ਨੇ ਜੋ ਬੜੇ ਪਿਆਰ ਦੇ ਨਾਲ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਸਤਿਗੁਰਾਂ ਦੀ ਇਲਾਹੀ ਗੁਰਬਾਣੀ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਜਿੱਥੇ ਯਤਨ ਕਰ ਰਹੇ ਹੋ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਹਾਜ਼ਰੀਆਂ ਭਰ ਕੇ ਰਸ ਭਿੰਨਾ ਕੀਰਤਨ ਗੁਰੂ ਘਰ ਦੇ ਕੀਰਤਨੀ ਸਿੰਘਾਂ ਪਾਸੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ, ਜੋ ਪਾਵਨ ਗੁਰ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਮਹਾਂਕਵੀ ਸੰਤੋਖ ਸਿੰਘ ਜੀ ਦੀ ਲਿਖਤ ਦੇ ਅਨੁਸਾਰ ਰੋਜ਼ਾਨਾ ਨੇਮ ਤੇ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰਦੇ ਹੋ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਸਮੁੱਚਾ ਸੰਸਾਰ ਜਿੱਥੇ ਬਾਣੀ ਕੇ ਬੋਹਿਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉਸਰਈਏ ਸੁਖਮਨੀ ਦੇ ਦਾਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪਾਦਕ ਆਦਿਕ ਅਨੇਕਾਂ ਹੀ ਅਲੰਕਾਰਾਂ ਦੇ ਰਾਹੀਂ ਸਤਿਗੁਰਾਂ ਦੀ ਉਪਮਾ ਕਰਦਾ ਹੈ, ਉੱਥੇ ਨਾਲ ਹੀ ਸ਼ਹੀਦਾਂ ਦੇ ਸਰਤਾਜ ਕਹਿ ਕੇ ਸਮੁੱਚਾ ਸਿੱਖ ਜਗਤ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ। ਜਦੋਂ ਉਹਨਾਂ ਦੀ ਸ਼ਹੀਦੀ ਦੀ ਗੱਲ ਚੱਲਦੀ ਹੈ ਤੇ ਸ਼ਹੀਦੀ ਦੇ ਕਾਰਨਾਂ ਦੇ ਵਿੱਚੋਂ ਅਨੇਕਾਂ ਕਾਰਨ ਜਿਹੜੇ ਸਨ ਸਾਹਮਣੇ ਆਉਂਦੇ ਨੇ, ਪਰ ਉਹਨਾਂ ਕਾਰਨਾਂ ਵਿੱਚੋਂ ਇਹ ਵੀ ਇੱਕ ਕਾਰਨ ਸਨ ਜਿੱਥੇ ਇੱਕ ਪਾਸੇ ਬਾਬਾ ਪ੍ਰਿਥੀ ਚੰਦ ਦੀ ਈਰਖਾ, ਚੰਦੂ ਦੀ ਈਰਖਾ, ਇਹ ਵੀ ਉਹਨਾਂ ਸ਼ਹੀਦੀ ਦੇ ਕਾਰਨਾਂ ਦੇ ਵਿੱਚੋਂ ਕਾਰਨ ਮੰਨੇ ਜਾਂਦੇ। ਆਉਣ ਵਾਲੇ ਦਿਨਾਂ 'ਚ ਜਿਹੜੇ ਇਹ ਪ੍ਰਸੰਗ ਚੱਲਣੇ ਹੈ, ਇਹ ਹੌਲੀ ਹੌਲੀ ਉਸ ਸ਼ਹੀਦੀ ਇਤਿਹਾਸ ਵਾਲੇ ਪਾਸੇ ਨੂੰ ਵਾਰਤਾ ਸਾਡੀ ਚੱਲਣੀ ਹੈ। ਇਕਾਗਰਤਾ ਸਾਰਿਆਂ ਨੇ ਬਣਾ ਕਰਕੇ ਰੱਖਣੀ। ਕੱਲ੍ਹ ਦੇ ਦੀਵਾਨ ਦੇ ਵਿੱਚ ਆਪ ਜੀ ਨੇ ਜੋ ਸਰਵਣ ਕੀਤਾ ਕਿ ਸੁਲੀ ਖਾਂ ਵਰਗਾ ਪਾਪੀ ਮਨੁੱਖ ਮਾੜੀ ਸੋਚ ਲੈ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਤੇ ਪਾਵਨ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਮਲਾ ਕਰਨ ਦੀ ਸੋਚ ਨਾਲ ਚੜ੍ਹ ਕੇ ਚੱਲਿਆ ਸੀ। ਪਰ ਬਾਬਾ ਪ੍ਰਿਥੀ ਚੰਦ ਜੀ ਦੇ ਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਕਮੌਤੇ ਸੜ ਕੇ ਮਰ ਜਾਂਦਾ ਹੈ, ਆਵੇ ਦੇ ਵਿੱਚ ਸੜ ਕੇ ਜਿਸ ਤਰੀਕੇ ਨਾਲ ਨਾਪਾਕ ਹੁੰਦਾ ਹੈ, ਮੁਸਲਮਾਨ ਵੀਰਾਂ ਦੇ ਅਨੁਸਾਰ ਸੜ ਕੇ ਮਰਨਾ ਅਪਵਿੱਤਰ ਮੰਨਿਆ ਜਾਂਦਾ ਹੈ। ਇੱਧਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਨਿਰੰਕਾਰ ਅਕਾਲ ਪੁਰਖ ਦੇ ਦਰ ਘਰ ਦੀ ਵਡਿਆਈ ਦਾ ਜ਼ਿਕਰ ਸ਼ਬਦ ਰਾਹੀਂ ਵੀ ਕੀਤਾ। ਸੁਲਹੀ ਤੇ ਨਾਰਾਇਣ ਰਾਖ, ਇਹ ਸ਼ਬਦ ਆਪ ਜੀ ਨੇ ਕੱਲ੍ਹ ਪਿਆਰ ਨਾਲ ਸਰਵਣ ਕੀਤਾ, ਵਿਚਾਰ ਸਰਵਣ ਕੀਤੀ। ਇੱਧਰ ਜਿੱਥੇ ਸਿੱਖ ਸੰਗਤਾਂ ਨਿਰੰਕਾਰ ਦੇ ਸ਼ੁਕਰਾਨੇ ਵਿੱਚ ਗੁਰੂ ਗੁਰੂ ਜਪਦੀਆਂ ਨੇ,
ਦੂਸਰੇ ਪਾਸੇ ਈਰਖਾਲੂ ਮਨੁੱਖ ਦਾ ਸੁਭਾਅ ਹੈ, ਉਹਨੇ ਹਮੇਸ਼ਾ ਹੀ ਈਰਖਾ ਦੀ ਅੱਗ ਦੇ ਵਿੱਚ ਦਿਨ ਰਾਤ ਸੜਨਾ ਹੈ। ਬਾਬਾ ਪ੍ਰਿਥੀ ਚੰਦ ਇਸ ਗੱਲੋਂ ਪਰੇਸ਼ਾਨ ਸੀ ਕਿ ਇੱਕ ਸੁਲੀ ਖਾਂ ਦਾ ਮੈਨੂੰ ਵੱਡਾ ਸਹਾਰਾ ਸੀ, ਉਹ ਚਲਿਆ ਗਿਆ। ਹੁਣ ਮੈਂ ਕਿਹਨੂੰ ਸਹਾਰਾ ਬਣਾ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਰਸਤੇ 'ਚੋਂ ਹਟਾਵਾਂ ਤੇ ਆਪਣੇ ਪੁੱਤਰ ਮਿਹਰਬਾਨ ਨੂੰ ਗੱਦੀ ਤੇ ਗੁਰਗੱਦੀ ਤੇ ਬਿਠਾਵਾਂ। ਇਹੋ ਜਿਹੀਆਂ ਵਿਉਂਤਾਂ ਸੋਚਦੇ। ਦੂਸਰੇ ਪਾਸੇ ਚੰਦੂ ਪਾਪੀ, ਜਿਹਨੂੰ ਸੁਲੀ ਖਾਨ ਦੇ ਮਰਨ ਦਾ ਪਤਾ ਲੱਗਦਾ ਹੈ, ਉਹ ਵੀ ਸੋਚਦਾ ਹੈ ਕਿ ਸੁਲੀ ਖਾਨ ਨੂੰ ਭੇਜਿਆ ਸੀ ਉਹ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰੇ ਜਾ ਕਰਕੇ, ਪਰ ਸੁਲੀ ਖਾਂ ਤੇ ਆਪ ਮਰ ਗਿਆ ਹੈ। ਹੁਣ ਮੈਂ ਕਿਵੇਂ ਗੁਰੂ ਅਰਜਨ ਸਾਹਿਬ ਦੇ ਨਾਲ ਆਪਣਾ ਜਿਹੜਾ ਵੈਰ ਹੈ ਉਹ ਕੱਢਾਂ। ਇਹ ਸੋਚ ਕਰਕੇ ਕਈ ਪ੍ਰਕਾਰ ਦੀਆਂ ਗਿਣਤੀਆਂ ਮਨ ਵਿੱਚ ਚੱਲਦੀਆਂ ਨੇ। ਕਿਸੇ ਰਾਹੀਂ ਪਤਾ ਲੱਗਾ ਕਿ ਉਹਦਾ ਇੱਕ ਭਰਾ, ਭਾਵ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ, ਉਹਨਾਂ ਨੇ ਇੱਕ ਪਿੰਡ ਸਰਕਾਰੀ ਤੌਰ 'ਤੇ ਮਿਲੇ ਦਾ ਜ਼ਿਕਰ ਚੰਦੂ ਨੂੰ ਲੱਗਾ ਹੈ ਤੇ ਉਹ ਮਨ ਵਿੱਚ ਸੋਚਦਾ ਹੈ ਕਿ ਕਿਉਂ ਨਾ ਮੈਂ ਉਹਦੇ ਵੱਡੇ ਭਰਾ ਨੂੰ ਡਰਾਵਾਂ ਧਮਕਾਵਾਂ ਤੇ ਕਿਸੇ ਤਰੀਕੇ ਨਾਲ ਆਪਣੀ ਈਨ ਜਿਹੜੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਮਨਾਵਾਂ, ਤਾਂ ਕਿ ਉਹ ਮੇਰੀ ਈਨ ਮੰਨ ਲੈਣ। ਆਪਣੇ ਵੱਲੋਂ ਉਹ ਆਪਣੀ ਲੜਕੀ ਦਾ ਰਿਸ਼ਤਾ ਕਰਨ ਦੀਆਂ ਗੱਲਾਂ ਕਰਦਾ ਹੈ, ਪਰ ਨਿਮਰਤਾ ਨਾਲ ਸਤਿਗੁਰੂ ਦੇ ਦਰ 'ਤੇ ਇੱਕ ਵਾਰ ਵੀ ਉਹਨੇ ਅਧੀਨ ਹੋ ਕੇ ਬੇਨਤੀ ਨਹੀਂ ਕੀਤੀ। ਹਰ ਵਾਰ ਆਪਣੀ ਪਦਵੀ ਦਾ ਹੰਕਾਰ ਜਤਾਉਂਦਾ ਹੋਇਆ, ਹੰਕਾਰ ਤੇ ਈਰਖਾ ਭਰੇ ਬੋਲਾਂ ਦੇ ਨਾਲ ਹੀ ਆਪਣਾ ਦਬਦਬਾ ਬਣਾਉਣ ਦਾ ਯਤਨ ਕਰਦਾ। ਇਸ ਤਰੀਕੇ ਦੀਆਂ ਵਿਚਾਰਾਂ ਚੱਲਦੀਆਂ ਨੇ ਕਿ ਲੋਕੀ ਹਜ਼ਾਰਾਂ ਮੈਨੂੰ ਮਿਲਦੇ ਨੇ ਤੇ ਜੇ ਇਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਮੇਰੀ ਗੱਲ ਨਹੀਂ ਮੰਨਣਗੇ, ਉਹਨਾਂ ਦੇ ਅੰਦਰ ਮੇਰਾ ਡਰ ਨਹੀਂ ਹੈ, ਤੇ ਕਿਸ ਤਰੀਕੇ ਨਾਲ ਲੋਕਾਂ ਦੇ ਮਨ ਵਿੱਚ ਮੇਰੀ ਇੱਜ਼ਤ ਹੋਵੇਗੀ। ਇਸੇ ਤਰੀਕੇ ਨਾਲ ਜਿਵੇਂ ਉਹਨੂੰ ਬਾਬਾ ਪ੍ਰਿਥੀ ਚੰਦ ਬਾਰੇ ਪਤਾ ਲੱਗਦਾ ਹੈ ਤੇ ਬਾਬਾ ਪ੍ਰਿਥੀ ਚੰਦ ਤੱਕ ਕਿਵੇਂ ਪਹੁੰਚ ਹੁੰਦੀ ਹੈ ਤੇ ਬਾਬਾ ਪ੍ਰਿਥੀ ਚੰਦ ਤੇ ਚੰਦੂ ਦਾ ਕਿਵੇਂ ਮੇਲ ਹੁੰਦਾ ਹੈ, ਉਹ ਪ੍ਰਸੰਗ ਆਪ ਜੀ ਨੇ ਸਰਵਣ ਕਰਨਾ ਹੈ। ਉਸ ਤੋਂ ਪਹਿਲਾਂ ਮਨ ਬਿਰਤੀਆਂ ਸਾਰੇ ਹੀ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਦੇਸ਼ ਵਿਦੇਸ਼ ਤੋਂ ਸਾਰੀ ਸੰਗਤ ਜਿੰਨੀ ਵੀ ਸੁਰਤ ਕਰਕੇ ਗੁਰੂ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਇਕਾਗਰਤਾ ਬਣਾ ਕੇ ਜੁੜੀ ਹੋਈ ਹੈ, ਆਓ ਰਸਨਾ ਨੂੰ ਪਵਿੱਤਰ ਕਰਦਿਆਂ ਸਾਰੇ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਿਥਿਆ ਭਰਾਤ ਬਡੇਰੋ ਅਹੈ। ਚੰਦੂ ਨੂੰ ਜਦੋਂ ਕਿਸੇ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇੱਕ ਵੱਡਾ ਭਰਾ ਹੈ, ਜਿਹਨੂੰ ਲੋਕ ਪ੍ਰਿਥਿਆ ਕਰਕੇ, ਭਾਵ ਬਾਬਾ ਪ੍ਰਿਥੀ ਚੰਦ ਕਰਕੇ ਜਾਣਦੇ ਹਨ, ਕੋਠੇ ਗ੍ਰਾਮ ਸੁਨਿਓ ਸੋ ਰਹੈ। ਉਹਨਾਂ ਦੇ ਬਾਰੇ ਦੇ ਵਿੱਚ ਸੁਣਿਆ ਹੈ ਕਿ ਉਹ ਕੋਠੇ ਪਿੰਡ ਵਿੱਚ ਹੈ, ਜਿੱਥੇ ਇਹ ਦੋ ਜ਼ਿਕਰ ਮਿਲਦੇ ਹੈ, ਇੱਕ ਕੋਠਾ ਪਿੰਡ, ਦੂਸਰਾ ਹੇਹਰ ਪਿੰਡ, ਕਿ ਜਿਹੜੇ ਪਿੰਡ ਦੇ ਵਿੱਚ ਉਹ ਰਹਿੰਦਾ ਹੈ, ਕੋਠੇ ਪਿੰਡ ਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਲਿਖਿਓ ਪਟਾ ਮੈਂ ਦੀਨੋ ਜਬੈ, ਕਿ ਮੈਂ ਸਰਕਾਰੀ ਪਟਾ ਲਿਖ ਕੇ ਚੰਦੂ ਮਨ ਵਿੱਚ ਸੋਚਦਾ ਕਿ ਉਸ ਵਕਤ ਜਦੋਂ ਮੈਂ ਇਹ ਦਿੱਤਾ ਸੀ, ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਜਿਸ ਘਰ ਦੇ ਵਿੱਚੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਸ ਘਰ ਦੇ ਵਿੱਚ ਕੋਈ ਨਾ ਕੋਈ ਪਾੜ ਪਾਈ ਜਾਵੇ, ਬੰਦੇ ਖਰੀਦ ਲੈ ਜਾਣ, ਸਾਮ ਦਾਮ ਦੰਡ ਭੇਦ ਹਰ ਤਰੀਕੇ ਵਰਕੇ ਸਰਕਾਰਾਂ ਆਪਣਾ ਹੁਕਮ ਚਲਾਉਣਾ ਚਾਹੁੰਦੀਆਂ ਨੇ। ਉਹ ਨਹੀਂ ਜਰ ਸਕਦੀਆਂ ਕਿ ਉਹਨਾਂ ਦੇ ਹੁਕਮ ਦੇ ਸਾਹਮਣੇ ਲੋਕ ਕਿਸੇ ਹੋਰ ਦਾ ਹੁਕਮ ਜਿਹੜਾ ਹੈ ਖਿੜੇ ਮੱਥੇ ਪ੍ਰਵਾਨ ਕਰਨ, ਕਿਉਂਕਿ ਸਰਕਾਰ ਨੂੰ ਤੇ ਟੈਕਸ ਲੈਣ ਲੱਗਿਆਂ ਜੱਦੋ ਜਹਿਦ ਕਰਨੀ ਪੈਂਦੀ ਸੀ, ਪਰ ਗੁਰੂ ਨਾਨਕ ਦੇ ਘਰ ਤੇ ਸੰਗਤਾਂ ਦਸਵੰਧ ਜਿਹੜਾ ਸੀ ਆਪ ਆਪਣਾ ਆਪਾ ਭੇਟ ਕਰਕੇ ਖੁਸ਼ੀ ਨਾਲ ਸਮਰਪਿਤ ਕਰਦੀਆਂ। ਸੋ ਹੋਰ ਵੀ ਐਸੇ ਕਈ ਕਾਰਨ ਸੀ ਜਿਨ੍ਹਾਂ ਕਾਰਨਾਂ ਕਰਕੇ ਸਰਕਾਰਾਂ ਦੇ ਮਨ ਵਿੱਚ ਈਰਖਾ ਸੀ ਤੇ ਉਸ ਈਰਖਾ ਦੇ ਕਰਕੇ ਲੋਕਾਂ ਤੇ ਜ਼ੁਲਮ ਕਰਨ ਵਾਲੇ ਸੀ, ਇਹ ਸੱਚ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਇਸ ਕਰਕੇ ਘਰ ਨੂੰ ਪਾੜਨ ਵਾਸਤੇ ਚੰਦੂ ਵਰਗੇ ਵੀ ਭਾਵੇਂ ਸਹਾਰਾ ਬਣੇ, ਬਾਬਾ ਪ੍ਰਿਥੀ ਚੰਦ ਆਦਿਕਾਂ ਨੂੰ ਸਾਰਿਆਂ ਨੂੰ ਵਰਤਿਆ ਗਿਆ। ਤੇ ਚੰਦੂ ਪਾਪੀ ਹੁਣ ਇਹ ਸੋਚਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਂ ਹੁਣ ਉਹਨਾਂ ਨੂੰ ਕਿਵੇਂ ਡਰਾਵਾਂ। ਇਸ ਕੋ ਤਰਾਸਦ ਲਿਖ ਹੋ ਅਬੈ, ਕਹਿਣ ਲੱਗੇ ਹੁਣ ਡਰਾਉਣ ਵਾਸਤੇ ਬਾਬਾ ਪ੍ਰਿਥੀ ਚੰਦ ਨੂੰ ਕਿ ਇੱਕ ਚਿੱਠੀ ਲਿਖ ਕਰਕੇ ਉਹਨੂੰ ਮੈਂ ਭੇਜਦਾ ਹਾਂ। ਅਨੁਜ ਆਪਣੇ ਕੋ ਸਮਝਾਵੇ, ਚਿੱਠੀ ਵਿੱਚ ਲਿਖ ਕੇ ਭੇਜਾਂਗਾ ਕਿ ਆਪਣੇ ਛੋਟੇ ਭਰਾ ਨੂੰ ਉਹ ਚੰਗੀ ਤਰੀਕੇ ਨਾਲ ਸਮਝਾਉਣ ਕਿ ਉਹ ਦੀਵਾਨ ਚੰਦੂ ਦੀ ਗੱਲ ਜਿਹੜੀ ਹੈ ਮੰਨ ਲੈਣ। ਨਹੀਂ ਤਾਂ ਕੋਠਾ ਗ੍ਰਾਮ ਚਿਨਾਵੇ, ਨਹੀਂ ਤੇ ਫਿਰ ਮੈਂ ਇਸ ਤਰ੍ਹਾਂ ਲਿਖ ਕੇ ਭੇਜਾਂਗਾ ਕਿ ਜਿਹੜਾ ਪਿੰਡ ਬਾਬਾ ਪ੍ਰਿਥੀ ਚੰਦ ਜੀ ਤੁਹਾਨੂੰ ਮਿਲਿਆ ਹੈ,
ਇਹ ਤੁਹਾਡਾ ਪਿੰਡ ਮੈਂ ਸਰਕਾਰੀ ਤੌਰ ਤੇ ਤੁਹਾਡੇ ਕੋਲੋਂ ਖੋਹ ਲਵਾਂਗਾ। ਜਿਉ ਬਿਗਾਰ ਕਾਰ ਮੈਂ ਸਾਰੋ। ਜਿੰਨਾ ਵੀ ਤੁਹਾਡਾ ਕਾਰਜ ਹੈ ਮੈਂ ਸਰਕਾਰੀ ਤੌਰ ਤੇ ਆਪਣਾ ਜ਼ੋਰ ਲਾ ਕਰਕੇ ਤੁਹਾਡੇ ਸਾਰੇ ਕਾਰਜ ਵਿਗਾੜ ਦਿਆਂਗਾ। ਸਹਿਤ ਕੁਟੰਬ ਗਹੁ ਦੁਖ ਭਾਰੋ। ਇਸ ਤਰੀਕੇ ਦੇ ਨਾਲ ਡਰਾਵਾ ਦੇਣ ਵਾਸਤੇ ਚਿੱਠੀ ਦੀ ਤਿਆਰੀ ਕਰਦਾ ਹੈ ਕਿ ਸਾਰੇ ਪਰਿਵਾਰ ਸਮੇਤ ਤੁਹਾਨੂੰ ਪਕੜ ਲਵਾਂਗਾ। ਕਿਉਂਕਿ ਚੰਦੂ ਨੂੰ ਅਜੇ ਇਹ ਨਹੀਂ ਪਤਾ ਕਿ ਬਾਬਾ ਪ੍ਰਿਥੀ ਚੰਦ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਈਰਖਾ ਮਨ ਵਿੱਚ ਰੱਖਦਾ ਹੈ। ਉਹਦੇ ਭਾਵ ਸੀ ਕਿ ਇਹ ਭਰਾ ਨੇ ਤੇ ਭਰਾ ਨੂੰ ਪਹਿਲਾਂ ਵੱਡੇ ਨੂੰ ਮੈਂ ਦਾਬਾ ਮਾਰ ਕੇ ਵੇਖਾਂ, ਆਪੇ ਗੁਰੂ ਅਰਜਨ ਸਾਹਿਬ ਨੂੰ ਮਨਾਉਣਗੇ। ਪਰ ਇਹ ਨਹੀਂ ਸੀ ਪਤਾ ਕਿ ਬਾਬਾ ਪ੍ਰਿਥੀ ਚੰਦ ਤੇ ਪਹਿਲਾਂ ਹੀ ਇਸੇ ਮੌਕੇ ਦੀ ਭਾਲ ਵਿੱਚ ਸੀ। ਉਹ ਚਿੱਠੀ ਰਾਹੀਂ ਇਹ ਲਿਖਣ ਦਾ ਯਤਨ ਕਰਦਾ ਕਿ ਸਾਰੇ ਪਰਿਵਾਰ ਸਮੇਤ ਤੁਹਾਨੂੰ ਮੈਂ ਪਕੜ ਲਵਾਂਗਾ, ਬਹੁਤ ਦੁਖੀ ਕਰਾਂਗਾ, ਬੜੀਆਂ ਸਜ਼ਾਵਾਂ ਤੁਹਾਨੂੰ ਦਵਾਂਗਾ। ਨਿਰਭੈ ਕੀਨ ਅਨਾਦਰ ਮੋਰਾ। ਕਿ ਤੁਹਾਡੇ ਭਰਾ ਨੂੰ ਮੇਰਾ ਕੋਈ ਡਰ ਨਹੀਂ ਹੈ। ਜਿਸ ਘਰ ਦੇ ਵਿੱਚ ਆ ਕੇ ਹਰ ਬੰਦੇ ਦਾ ਡਰ ਮੁੱਕ ਜਾਂਦਾ ਹੋਵੇ ਸਾਧ ਸੰਗਤ, ਜੇ ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ, ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਜੇ ਗਿੱਦੜ ਹੀ ਖਾ ਜੇ। ਸਿੰਘ ਸ਼ਰਨ ਕਤ ਜਾਈ ਹੈ ਜੋ ਜੰਬਕ ਗ੍ਰਸ ਹੈ। ਜੇ ਸ਼ੇਰ ਦੀ ਸ਼ਰਨ ਜਾ ਕੇ ਗਿੱਦੜਾਂ ਦਾ ਹੀ ਡਰ ਰਹਿ ਜਾਵੇ, ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ ਜੇ ਦੁਨਿਆਵੀ ਬਾਦਸ਼ਾਹਾਂ ਦਾ, ਦੁਨਿਆਵੀ ਰਾਜਿਆਂ ਤੇ ਅਹਿਲਕਾਰਾਂ ਦਾ ਫਿਰ ਵੀ ਡਰ ਰਹਿ ਜੇ। ਜਮਾਂ ਤੱਕ ਦਾ ਡਰ ਵੀ ਜਿਹੜਾ ਹੈ, ਮੌਤ ਦਾ ਡਰ ਵੀ ਜਿਹੜਾ ਸਿੱਖ ਦੇ ਮਨ ਚੋਂ ਲੈ ਜਾਂਦਾ ਹੈ। ਤੇ ਜਿਹੜੀ ਬਾਣੀ ਪੜ੍ਹ ਕੇ ਸਿੱਖ ਦੇ ਮਨ ਚੋਂ ਡਰ ਲੱਗਦਾ ਲੈ ਜਾਂਦਾ ਹੈ, ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ ਕਰਕੇ ਸਿੱਖ ਪੁਕਾਰ ਕੇ ਕਹਿੰਦਾ ਹੋਵੇ, ਉਹ ਗੁਰੂ ਸਾਹਿਬ ਦੇ ਪ੍ਰਤੀ ਸੋਚ ਰਿਹਾ ਕਿ ਸਤਿਗੁਰੂ ਡਰ ਜਾਣਗੇ ਕਿ ਉਹਨਾਂ ਨੇ ਮੇਰਾ ਡਰ ਨਹੀਂ ਮੰਨਿਆ, ਮੇਰਾ ਮਾਣ ਨਹੀਂ ਕੀਤਾ, ਮੇਰੀ ਇੱਜ਼ਤ ਨਹੀਂ ਕੀਤੀ ਹੈ। ਕੈਸੋ ਕਠੋਰ ਵਿਪਰ ਕੋ ਮੋਰਾ। ਮੇਰਾ ਜਿਹੜਾ ਪ੍ਰੋਹਤ ਰਿਸ਼ਤਾ ਲੈ ਕੇ ਗਿਆ ਸੀ, ਚੰਦੂ ਲਿਖਦਾ ਹੈ ਸਾਰੀਆਂ ਗੱਲਾਂ ਬਾਬਾ ਪ੍ਰਿਥੀ ਚੰਦ ਜੀ ਵੱਲ, ਕਿ ਮੇਰੇ ਪ੍ਰੋਹਤ ਨੂੰ ਵੀ ਕਠੋਰ ਬੋਲ ਬੋਲ ਕੇ ਮੋੜ ਦਿੱਤਾ ਹੈ, ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਹੈ। ਲਿਖੀ ਪਤਰਕਾ ਆਪਣੋ ਜੋਰਾ। ਇਸ ਤਰੀਕੇ ਦੇ ਨਾਲ ਆਪਣੀ ਤਾਕਤ, ਆਪਣੀ ਹਉਮੈ ਦੀ ਵਡਿਆਈ ਕਰਦਿਆਂ ਕਰਦਿਆਂ ਉਹਨੇ ਇੱਕ ਚਿੱਠੀ ਜਿਹੜੀ ਸੀ ਉਹ ਬਾਬਾ ਪ੍ਰਿਥੀ ਚੰਦ ਵੱਲ ਲਿਖੀ ਹੈ। ਅਬ ਲਗ ਕਹੂੰ ਹਾਥ ਮੈਂ ਜੋਰਾ। ਕਿ ਅਜੇ ਤੱਕ ਤਾਂ ਮੈਂ ਹੱਥ ਜੋੜ ਕੇ ਕਹਿ ਰਿਹਾ। ਵੇਖੋ, ਇੱਕ ਪਾਸੇ ਅਪਰਾਧੀ ਨਿਵਣ ਦਾ ਯਤਨ ਦਾ ਦਿਖਾਵਾ ਕਰ ਰਿਹਾ, ਇਹ ਵੀ ਹੱਥ ਜੋੜਨਾ ਹੈ, ਦਾਬੇ ਮਾਰਨਾ ਵੀ ਹੱਥ ਜੋੜਨਾ ਕਹਿ ਰਿਹਾ ਹੈ ਕਿ ਮੈਂ ਅਜੇ ਤੱਕ ਹੱਥ ਜੋੜ ਕੇ ਕਹਿ ਰਿਹਾ ਹਾਂ, ਅਜੇ ਤੱਕ ਮੈਂ ਕੋਈ ਕਿਸੇ ਤਰੀਕੇ ਨਾਲ ਵਧੀਕੀ ਨਹੀਂ ਕੀਤੀ ਹੈ। ਨਾਤਾ ਮੋਰ ਸੁਤਾ ਨਹਿ ਮੋਰ। ਹੱਥ ਜੋੜ ਕੇ ਹੀ ਕਹਿ ਰਿਹਾ ਹਾਂ ਕਿ ਮੇਰੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹਨਾਂ ਨੇ ਜਿਹੜਾ ਮੋੜਿਆ ਹੈ, ਭਾਵ ਇਹ ਜਿਹੜਾ ਕੰਮ ਉਹ ਨਾ ਕਰਨਾ ਕਰਨ। ਜਾਂ ਤੇ ਕਹੋ ਨਿਹੋਰ ਨਿਹੋਰ। ਅਜੇ ਤੱਕ ਤਾਂ ਮੈਂ ਨਿਮਰਤਾ ਵਿੱਚ ਝੁਕ ਝੁਕ ਕੇ ਬੇਨਤੀਆਂ ਕੀਤੀਆਂ ਨੇ। ਇਹਦਾ ਝੁਕਣਾ ਵੀ ਸਾਧ ਸੰਗਤ ਉਵੇਂ ਦਾ ਹੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਪਰਾਧੀ ਦੇ ਝੁਕਣ ਦਾ ਜ਼ਿਕਰ ਬਾਣੀ ਅੰਦਰ ਕੀਤਾ ਹੈ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੇ। ਜਿਵੇਂ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਨਾ, ਤੇ ਸ਼ਿਕਾਰੀ ਝੁਕ ਜਾਂਦਾ ਹੈ ਤੇ ਝੁਕਦਾ ਹੈ, ਤੇ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਾ ਸਮਝ ਲਓ ਕਿ ਇਹ ਝੁਕ ਰਿਹਾ। ਉਹਦੇ ਝੁਕਣ ਦੇ ਪਿੱਛੇ ਵੀ ਹੱਥ ਵਿੱਚ ਉਹਨੇ ਤੀਰ ਕਮਾਨ ਪਕੜਿਆ, ਨਿਸ਼ਾਨਾ ਲਾ ਰਿਹਾ ਕਿ ਖਿੱਚ ਕਰਕੇ ਕਿਤੇ ਮੈਂ ਨਿਸ਼ਾਨਾ ਮਿਲਾ ਕੇ ਹਿਰਨ ਨੂੰ ਮਾਰ ਲਵਾਂ। ਉਹ ਸ਼ਿਕਾਰੀ ਦਾ ਝੁਕਣਾ ਅਸਲ ਵਿੱਚ ਝੁਕਣਾ ਨਹੀਂ। ਅਸਲ ਝੁਕਣਾ ਹੁੰਦਾ ਹੈ ਜਿਹੜਾ ਗੁਰੂ ਦੇ ਚਰਨਾਂ 'ਚ ਨਿਮਰਤਾ ਨਾਲ ਆ ਕੇ ਸੀਸ ਝੁਕਾ ਦਿੰਦਾ, ਗੁਰੂ ਤੇ ਗਲਵੱਕੜੀ ਵਿੱਚ ਲੈ ਲੈਂਦਾ। ਜਿਹੜਾ ਪਿਆਰ ਨਾਲ ਆ ਕੇ ਗੁਰੂ ਦਰ ਤੇ ਨਿਮਾਣਾ ਹੋਵੇ, ਗੁਰੂ ਉਹਦਾ ਮਾਣ ਬਣ ਜਾਂਦਾ ਹੈ। ਪਰ ਇੱਥੇ ਕੇਵਲ ਦਿਖਾਵੇ ਦਾ, ਕੇਵਲ ਝੁਕਣ ਦੀਆਂ ਗੱਲਾਂ ਕਰਦਾ ਹੈ, ਅੰਦਰੋਂ ਅਜੇ ਝੁਕਿਆ ਨਹੀਂ ਮਨ ਇਸ ਦਾ। ਅਬ ਲਗ ਮੈਂ ਕੁਛ ਨੈ ਬਿਗਾਰਾ। ਕਿਉਂਕਿ ਜੇ ਝੁਕਿਆ ਹੁੰਦਾ ਤੇ ਗੁਰੂ ਨਾਲ ਇਦਾਂ ਦਾਬੇ ਮਾਰਨ ਵਾਲੀ ਗੱਲ ਨਾ ਕਰਦਾ। ਕਹਿੰਦਾ ਮੈਂ ਤੇ ਅਜੇ ਤੱਕ ਗੁਰੂ ਅਰਜਨ ਸਾਹਿਬ ਦਾ ਕੁਝ ਵੀ ਵਿਗਾੜਿਆ ਨਹੀਂ ਹੈ। ਹੋਵੇ ਅਗੋ ਸੰਬੰਧ ਵਿਚਾਰਾ। ਇਹੀ ਸੋਚਦਾ ਰਿਹਾ ਹਾਂ ਕਿ ਸਾਡੀ ਸ਼ਾਇਦ ਰਿਸ਼ਤੇਦਾਰੀ ਬਣ ਜਾਵੇਗੀ। ਆਦਿਕ ਲਿਖ ਕਰ ਪਾਠੀ ਪਾਤੀ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਈਰਖਾ ਭਰੇ ਬੋਲ ਲਿਖ ਕਰਕੇ, ਇਸ ਤਰ੍ਹਾਂ ਆਪਣੀ ਹਉਮੈ ਦੀਆਂ ਵਡਿਆਈਆਂ ਕਰਦਿਆਂ ਦੇ ਬੋਲ ਲਿਖ ਕਰਕੇ ਇੱਕ ਚਿੱਠੀ ਜਿਹੜੀ ਚੰਦੂ ਪਾਪੀ ਵੱਲੋਂ ਲਿਖੀ ਗਈ। ਨਿਸ ਦਿਨ ਦੁਖ ਤੇ ਸੁਲਗਤ ਛਾਤੀ। ਜਿਹਦੀ ਛਾਤੀ ਦਿਨ ਰਾਤ ਦੁੱਖ ਨਾਲ ਸੁਲਗਦੀ ਹੈ, ਭਾਵ ਹਰ ਵਕਤ ਈਰਖਾ ਨਫ਼ਰਤ ਜਿਹਦੇ ਅੰਦਰ ਭਰੀ ਹੋਈ ਹੈ। ਚੱਲ ਦਿੱਲੀ ਤੇ ਤਬ ਹਲਕਾਰਾ। ਕਵੀ ਜੀ ਕਹਿੰਦੇ ਨੇ ਉਸ ਤਰ੍ਹਾਂ ਦਿੱਲੀ ਤੋਂ ਫਿਰ ਉਹਨੇ ਇਹ ਚਿੱਠੀ ਲਿਖ ਕੇ ਇੱਕ ਸੰਦੇਸ਼ ਵਾਹਕ ਜਿਹੜਾ ਹਲਕਾਰਾ ਸੀ
ਉਹ ਬਾਬੇ ਪ੍ਰਿਥੀ ਚੰਦ ਵਾਲੇ ਪਾਸੇ ਭੇਜਿਆ ਹੈ। ਅਯੋ ਕੋਠੇ ਗ੍ਰਾਮ ਮਝਾਰਾ ਰਹਿੰਦਾ ਪੰਧ ਦਿੱਲੀ ਤੋਂ ਹੌਲੀ ਹੌਲੀ ਮੁਕਾ ਕੇ ਉਹ ਸੰਦੇਸ਼ ਲੈ ਕੇ ਆਉਣ ਵਾਲਾ ਹਰਕਾਰਾ ਬਾਬੇ ਪ੍ਰਿਥੀ ਚੰਦ ਦੇ ਪਿੰਡ ਦੇ ਵਿੱਚ ਚਿੱਠੀ ਲੈ ਕੇ ਪਹੁੰਚ ਜਾਂਦਾ ਹੈ। ਪ੍ਰਿਥੀਆ ਬੈਠਿਓ ਜਾਏ ਨਿਹਾਰਿਓ। ਜਿਸ ਥਾਂ ਤੇ ਉਹਨੇ ਵੇਖਿਆ ਬਾਬਾ ਪ੍ਰਿਥੀ ਚੰਦ ਜੀ ਬੈਠੇ ਹੋਏ ਹਨ, ਉਹਨਾਂ ਦੇ ਸਨਮੁਖ ਪਹੁੰਚ ਕਰਕੇ ਉਤੋ ਪੁੱਤਰ ਤਿਸ ਆਗੇ ਡਾਰਿਓ। ਜਿਹੜੀ ਚਿੱਠੀ ਚੰਦੂ ਪਾਪੀ ਦੇ ਵੱਲੋਂ ਲਿਖੀ ਹੋਈ ਸੀ ਲਿਆ ਕਰਕੇ ਬਾਬਾ ਪ੍ਰਿਥੀ ਚੰਦ ਦੇ ਅੱਗੇ ਉਸ ਸੰਦੇਸ਼ ਵਾਹਕ ਨੇ ਰੱਖ ਦਿੱਤੀ ਹੈ। ਪਠ ਕੈ ਹਰਖ ਕਸ਼ਟ ਜੁਗ ਧਾਰੇ। ਬਾਬਾ ਪ੍ਰਿਥੀ ਚੰਦ ਜੀ ਜਦੋਂ ਉਹ ਚਿੱਠੀ ਪੜ੍ਹਦੇ ਨੇ, ਇੱਕ ਪਾਸੇ ਤੇ ਚੰਦੂ ਵੱਲੋਂ ਜਦੋਂ ਸੰਦੇਸ਼ ਵਾਹਕ ਆਉਂਦਾ ਹੈ, ਹਰਕਾਰੇ ਨੂੰ ਵੇਖ ਕੇ ਖੁਸ਼ ਵੀ ਹੁੰਦੇ ਨੇ ਕਿ ਮੈਂ ਤਾਂ ਸੋਚਦਾ ਸੀ ਚੰਦੂ ਨੂੰ ਮਿਲਾਂ, ਇਹ ਕੰਮ ਤੇ ਮੇਰਾ ਹੋ ਗਿਆ। ਪਰ ਦੂਸਰੇ ਪਾਸੇ ਜਦੋਂ ਚਿੱਠੀ ਦੇ ਬੋਲ ਪੜ੍ਹੇ ਨੇ ਜਿਹਦੇ ਵਿੱਚ ਪਿੰਡ ਖੋਹਣ ਦਾ ਜ਼ਿਕਰ ਸੀ, ਜਿਹਦੇ ਵਿੱਚ ਦਾਬਾ ਮਾਰਿਆ ਸੀ ਚੰਦੂ ਪਾਪੀ ਨੇ, ਕਹਿੰਦੇ ਉਹਦੇ ਨਾਲ ਨਾਲ ਦੁਖੀ ਵੀ, ਔਰ ਇੱਕ ਪਾਸੇ ਖੁਸ਼ੀ ਹੋ ਰਹੀ ਹੈ ਤੇ ਦੂਜੇ ਪਾਸੇ ਨਾਲ ਹੀ ਦੁੱਖ ਦੇ ਭਰੇ ਦੋਵੇਂ ਭਾਵ ਬਾਬਾ ਪ੍ਰਿਥੀ ਚੰਦ ਦੇ ਉੱਤੇ ਵਰਤ ਰਹੇ ਹਨ। ਪੁਨੇ ਬਾਕ ਭਾਖੇ ਹਲਕਾਰੇ। ਇਹ ਅਜੇ ਚਿੱਠੀ ਪੜ੍ਹ ਕੇ ਹਟੇ ਸਨ ਕਿ ਨਾਲ ਹੀ ਉਹ ਜਿਹੜਾ ਹਰਕਾਰਾ ਸੀ ਉਹ ਵੀ ਹੁਣ, ਕਿਉਂਕਿ ਚੰਦੂ ਪਾਪੀ ਨੇ ਪ੍ਰੇਰ ਕੇ ਭੇਜਿਆ ਸੀ ਕਿ ਮੇਰੇ ਵੱਲੋਂ ਚੰਗਾ ਦਾਬਾ ਲਾ ਕਰਕੇ ਆਈ, ਤੇ ਉਹ ਵੀ ਅੱਗੋਂ ਇਹ ਬੜੇ ਚੰਦੂ ਦੇ ਬੋਲ ਜਿਹੜੇ ਜਿਸ ਢੰਗ ਨਾਲ ਉਹਨੇ ਕਹੇ ਸਨ ਉਸੇ ਤਰੀਕੇ ਦੇ ਨਾਲ ਉਹ ਸੰਦੇਸ਼ਵਾਹਕ ਚਿੱਠੀ ਲੈ ਕੇ ਆਉਣ ਵਾਲਾ ਦੂਤ ਉਹ ਵੀ ਇਸ ਤਰ੍ਹਾਂ ਕਹਿੰਦਾ ਹੈ। ਤੁਮ ਕਿਮ ਬੈਠ ਰਹਿ ਸੁਖ ਮਾਨੇ। ਕਹਿੰਦਾ ਇਹ ਪ੍ਰਿਥੀ ਚੰਦ ਤੁਸੀਂ ਕਿਵੇਂ ਚੁੱਪ ਕਰਕੇ ਸੁੱਖ ਨਾਲ ਬੈਠੇ ਹੋਏ ਹੋ, ਤੁਸੀਂ ਸੁੱਖ ਕਿਵੇਂ ਮਾਣ ਸਕਦੇ ਹੋ। ਸ਼ਾਹੋ ਦੀਵਾਨ ਬੈਰ ਕੋ ਠਾਨੇ। ਕਿ ਬਾਦਸ਼ਾਹ ਦੇ ਦੀਵਾਨ ਦੇ ਨਾਲ ਤੁਸੀਂ ਵੈਰ ਕਮਾ ਕਰਕੇ ਕਿਸ ਤਰੀਕੇ ਦੇ ਨਾਲ ਸੁਖੀ ਹੋ ਸਕਦੇ ਹੋ। ਹਾਲਾਂਕਿ ਬਹੁਤਾ ਵੱਡਾ ਕੋਈ ਅਹੁਦਾ ਨਹੀਂ ਸੀ ਇਹਦਾ, ਪਰ ਕਈ ਵਾਰ ਛੋਟਾ ਅਹੁਦੇ ਵਾਲਾ ਵੀ ਕਿਤੇ ਮਾੜੀ ਮੋਟੀ ਗੱਲ ਵੀ ਕਿਸੇ ਬਾਦਸ਼ਾਹ ਨਾਲ ਬਣ ਜਾਵੇ ਤੇ ਲੋਕਾਂ ਵਿੱਚ ਆਪਣੇ ਆਪ ਨੂੰ ਵੱਡਾ ਕਰਕੇ ਪ੍ਰਗਟ ਕਰ। ਦੂਸਰਾ ਇਹਦਾ ਕੰਮ ਸੀ ਚਾਪਲੂਸੀ ਕਰਨਾ। ਚਾਪਲੂਸੀ ਉਸੇ ਤਰੀਕੇ ਨਾਲ ਕਰਦਾ ਸੀ ਜਿਸ ਤਰੀਕੇ ਦੇ ਨਾਲ ਕੁਹਾੜੇ ਦੇ ਨਾਲ ਲੱਗਾ ਹੋਇਆ ਜਿਹੜਾ ਦਸਤਾ ਹੁੰਦਾ ਹੈ ਨਾ, ਆਪਣੇ ਹੀ ਭਰਾਵਾਂ ਦਾ ਨੁਕਸਾਨ ਕਰਾਉਂਦਾ ਹੈ ਤੇ ਉਹ ਦਸਤਾ ਰੁੱਖ ਨੂੰ ਵੱਢਣ ਦਾ ਕਾਰਨ ਬਣਦਾ। ਇਸੇ ਤਰੀਕੇ ਦੇ ਨਾਲ ਆਪਣਿਆਂ ਦਾ ਹੀ ਨੁਕਸਾਨ ਕਰਾਉਣ ਦੇ ਵਾਸਤੇ ਇਹ ਚੰਦੂ ਵਰਗੇ ਪਾਪੀ ਜਿਹੜੇ ਸੀ, ਇਹ ਉਸ ਸਮੇਂ ਦੇ ਮੁਗਲ ਹਾਕਮਾਂ ਵੱਲੋਂ ਖੁਸ਼ਾਮਦ ਕਰਨ ਵਾਸਤੇ ਆਪਣੇ ਕੋਲ ਕੁਝ ਰੱਖੇ ਹੁੰਦੇ ਨੇ। ਹੁਣ ਇਸ ਤਰੀਕੇ ਦੇ ਨਾਲ ਇਹ ਆਪਣਾ ਦਾਬਾ ਮਾਰਦਾ ਹੈ ਤੇ ਹਰਕਾਰਾ ਕਹਿੰਦਾ ਤੁਹਾਨੂੰ ਬਾਦਸ਼ਾਹ ਦੇ ਦੀਵਾਨ ਦਾ ਵੀ ਕੋਈ ਡਰ ਨਹੀਂ, ਉਹਦੇ ਨਾਲ ਵੈਰ ਪਾਲ ਕੇ ਬੈਠੇ ਹੋ। ਨਹਿ ਆਪਣੋ ਤੁਮ ਜੀਵਨ ਚਾਹਾ। ਤੁਹਾਨੂੰ ਆਪਣੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ, ਤੁਹਾਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ ਹੈ। ਜਿਸ ਕੋ ਹੁਕਮ ਦੇਸ਼ ਕੇ ਮਾਹਾ। ਕਿ ਜਿਹੜਾ ਬਾਦਸ਼ਾਹ ਜਿਹਦਾ ਹੁਕਮ ਸਾਰੇ ਪਾਸੇ ਚੱਲਦਾ ਹੈ ਤੇ ਉਸ ਬਾਦਸ਼ਾਹ ਦੇ ਦੀਵਾਨ ਦੇ ਨਾਲ ਤੁਸੀਂ ਲੜਾਈ ਪਾਈਏ, ਇਦਾਂ ਉਹ ਹਲਕਾਰਾ ਬਾਬੇ ਪ੍ਰਿਥੀ ਚੰਦ ਨੂੰ ਦਾਬੇ ਮਾਰਦਾ ਹੈ। ਸੁਪਤੋ ਕਿਮ ਨਚੰਤ ਹਠ ਕਰਕੇ। ਕਿਵੇਂ ਬੇਫਿਕਰੇ ਜੇ ਹੋ ਕਰਕੇ ਤੁਸੀਂ ਸੌਂ ਸਕਦੇ ਹੋ। ਝੋਰੀ ਮੈਂ ਵਿਖ ਧਰ ਕੋ ਧਰ ਕੇ। ਜੇ ਕਿਸੇ ਦੇ ਸੀਨੇ ਨਾਲ ਸੱਪ ਲੱਗਾ ਹੋਵੇ, ਝੋਲੀ ਵਿੱਚ ਭਾਵ ਉਹਦੇ ਕੋਲ ਸੱਪ ਹੋਵੇ ਤੇ ਸੱਪ ਕੋਲ ਕਲੇਜੇ ਲੱਗਾ ਹੋਵੇ ਤੇ ਉਹਨੂੰ ਕਿੱਦਾਂ ਨੀਂਦ ਆ ਸਕਦੀ ਹੈ। ਕਹਿੰਦੇ ਇਸੇ ਤਰ੍ਹਾਂ ਕੋਲ ਤੁਸੀਂ ਸੱਪ ਬੁੱਕਲ ਵਿੱਚ ਪਾਲ ਕਰਕੇ ਤੇ ਇਸ ਤਰੀਕੇ ਨਾਲ ਸੁੱਖ ਨਾਲ ਕਿਵੇਂ ਸੌਂ ਸਕਦੇ ਹੋ। ਅਬ ਲਗ ਲਖੈ ਸੰਬੰਧ ਬਨੈ ਹੈ। ਅਜੇ ਤੱਕ ਤੇ ਚੰਦੂ ਨੇ ਤੁਹਾਡੇ ਨਾਲ ਕੁਝ ਵਿਗਾੜੀ ਨਹੀਂ, ਕਿਉਂਕਿ ਉਹ ਸੋਚਦਾ ਸੀ ਰਿਸ਼ਤੇਦਾਰੀ ਬਣ ਜੇਗੀ। ਨਤ ਪਤ ਸ਼ਾਹੋ ਸੁਨਾਏ ਗਹਿ ਹੈ। ਨਹੀਂ ਤਾਂ ਉਹ ਬਾਦਸ਼ਾਹ ਨੂੰ ਜਾ ਕਰਕੇ ਤੁਹਾਡੇ ਬਾਰੇ ਦੱਸ ਕਰਕੇ ਬਾਦਸ਼ਾਹ ਨੂੰ ਤੁਹਾਡੇ ਖਿਲਾਫ ਕਰ ਸਕਦਾ ਹੈ। ਕਿਸਕੇ ਬਲ ਅਲੰਬ ਕੋ ਲੀਏ। ਕਿਹੜੀ ਤਾਕਤ ਦਾ ਸਹਾਰਾ ਤੁਸੀਂ ਲੈ ਰੱਖਿਆ ਹੈ ਜੋ ਏਡੇ ਬੇਫਿਕਰੇ ਹੋ। ਬੈਠੇ ਬਿਨਾ ਤਰਾਸ ਕਰਹੀਏ। ਬਾਬਾ ਪ੍ਰਿਥੀ ਚੰਦ ਨੂੰ ਇਹ ਹਲਕਾਰਾ ਕਹਿੰਦੇ ਤੁਹਾਨੂੰ ਕੋਈ ਡਰ ਨਹੀਂ ਹੈ, ਏਡੇ ਵੱਡੇ ਦੀਵਾਨ ਦਾ ਬੇਫਿਕਰੇ ਹੋ ਕੇ ਕਿਵੇਂ ਬੈਠ ਸਕਦੇ ਹੋ, ਤੁਹਾਡੇ ਮਨ ਵਿੱਚ ਡਰ ਕਿਉਂ ਨਹੀਂ ਹੈ। ਸੁਨ ਪ੍ਰਿਥੀਏ ਡਰ ਕੀਨ ਕਨੇਰਾ। ਹੁਣ ਬਾਬਾ ਪ੍ਰਿਥੀ ਚੰਦ ਜਿਉਂ-ਜਿਉਂ ਗੱਲਾਂ ਸੁਣਦਾ ਹੈ ਉਹਦੇ ਨਾਲ ਨਾਲ ਉਹਦੇ ਮਨ ਦੀ ਜਿਹੜੀ ਦਿਲ ਦੀ ਧੜਕਣ ਵੀ ਵਧਣ ਲੱਗ ਪੈਂਦੀ ਹੈ। ਨਾਲ ਨਾਲ ਡਰ ਦੇ ਕਰਕੇ ਉਸੇ ਤਰੀਕੇ ਦੇ ਹਾਵ ਭਾਵ ਵੀ ਚਿਹਰੇ ਤੇ ਆਉਣ ਲੱਗ ਪੈਂਦੇ ਐ ਤੇ ਬੜੀ ਘਬਰਾਹਟ ਬਾਬਾ ਪ੍ਰਿਥੀ ਚੰਦ ਦੀ ਸੁਣਦਿਆਂ ਸਾਰ ਤੇ ਪੜ੍ਹ ਕੇ ਚਿੱਠੀ ਤੇ ਨਾਲ ਹਰਕਾਰੇ ਕੋ ਗੱਲਾਂ ਸੁਣ ਕੇ ਅੰਦਰ ਘਬਰਾਹਟ ਬੜੀ ਪੈਦਾ ਹੋ ਗਈ। ਬਿਗੜ ਨਾ ਜਾਏ ਅਨਜ ਸੰਗ ਮੇਰਾ। ਸੋਚਣ ਲੱਗੇ ਕਿਤੇ ਇਹ ਨਾ ਹੋਵੇ ਕਿ ਇਹ ਸੱਚਮੁੱਚ ਹੀ ਮੇਰੀ ਕਿਤੇ ਚੰਦੂ ਨਾਲ ਵਿਗੜ ਨਾ ਜਾਵੇ, ਕਿ ਉਹਨੂੰ ਪਏ ਇਹ ਨਾ ਸੋਚ ਲਵੇ ਕਿ ਛੋਟਾ ਭਰਾ ਕਿਤੇ ਮੇਰੇ ਨਾਲ।
ਤੇ ਮੈਂ ਆਪਣੇ ਛੋਟੇ ਭਰਾ ਦਾ ਪੱਖ ਪੂਰਦਾ ਹਾਂ ਤੇ ਛੋਟੇ ਭਰਾ ਕਰਕੇ ਕਿਤੇ ਚੰਦੂ ਨਾਲ ਮੇਰੀ ਵਿਗੜ ਨਾ ਜਾਵੇ। ਮੈਂ ਅਤ ਬੁਰਾ ਕੀਨ ਬਿਲਮਾਇਓ। ਤੇ ਇਸ ਤਰੀਕੇ ਦੇ ਨਾਲ ਕਿ ਜਿਹੜਾ ਮੇਰੇ ਵਾਸਤੇ ਤੇ ਮੈਂ ਤੇ ਆਪਣੇ ਭਰਾ ਦਾ ਕਦੀ ਭਲਾ ਚਾਹੁੰਦਾ ਹੀ ਨਹੀਂ ਆ, ਤੇ ਇਹ ਗੱਲ ਮੈਂ ਚੰਦੂ ਨੂੰ ਅਜੇ ਤੱਕ ਦੱਸੀ ਨਹੀਂ। ਇਸ ਕੰਮ ਵਿੱਚ ਮੈਂ ਦੇਰੀ ਕਰ ਦਿੱਤੀ, ਅਜੇ ਤੱਕ ਨਹੀਂ ਦੱਸੀ, ਇਹ ਗਲਤ ਹੋ ਗਿਆ ਹੈ। ਇਸ ਤਰੀਕੇ ਨਾਲ ਬਾਬਾ ਪ੍ਰਿਥੀ ਚੰਦ ਸੋਚਦੇ ਨੇ ਕਿ ਇਹ ਮੈਨੂੰ ਦੇਰ ਨਹੀਂ ਕਰਨੀ ਚਾਹੀਦੀ, ਕਿ ਇਹ ਮੇਰਾ ਹੀ ਬੁਰਾ ਹੋਏਗਾ ਅਗਰ ਮੈਂ ਉਹਨੂੰ ਨਾ ਦੱਸਿਆ ਕਿ ਮੈਂ ਤੇ ਖੁਦ ਆਪਣੇ ਭਰਾ ਨਾਲ ਇਸ ਤਰੀਕੇ ਨਾਲ ਵੈਰ ਕਮਾਉਣਾ ਚਾਹੁੰਦਾ ਹਾਂ। ਆਪਨ ਦਵੈਸ਼ ਕੋ ਨਹੀਂ ਲਖਾਇਓ। ਮੈਂ ਆਪਣੇ ਮਨ ਦੇ ਅੰਦਰ ਜਿਹੜਾ ਦਵੈਸ਼ ਹੈ, ਈਰਖਾ ਭਰੀ ਹੋਈ ਹੈ ਮੇਰੇ ਭਰਾ ਦੇ ਪ੍ਰਤੀ, ਜਿਹੜਾ ਗੁੱਸਾ ਹੈ, ਉਹ ਆਪਣੇ ਮਨ ਦੇ ਬਾਰੇ ਵਿੱਚ ਮੈਂ ਨਹੀਂ ਦੱਸਿਆ। ਭਾਵ ਮੈਂ ਆਪਣੇ ਭਾਵ ਨਹੀਂ ਦੱਸੇ। ਜਿਹੜੀ ਮੇਰੀ ਲੜਾਈ ਚੱਲ ਰਹੀ ਹੈ, ਮੇਰਾ ਵਿਰੋਧ ਭਰਾ ਨਾਲ ਚੱਲ ਰਿਹਾ, ਅਜੇ ਤੱਕ ਚੰਦੂ ਨੂੰ ਮੈਂ ਨਹੀਂ ਦੱਸਿਆ ਹੈ। ਭਰਾਤਾ ਜਾਣ ਗਏ ਜਬ ਆਈ। ਕਹਿੰਦੇ ਕਿਤੇ ਐਸਾ ਨਾ ਹੋਵੇ ਕਿ ਗੁਰੂ ਅਰਜਨ ਸਾਹਿਬ ਦੇ ਨਾਲ ਤੇ ਉਹਦਾ ਵੈਰ ਹੈ ਚੰਦੂ ਪਾਪੀ ਦਾ, ਤੇ ਉਹਦਾ ਵੱਡਾ ਭਰਾ ਜਾਣ ਕੇ ਕਿਤੇ ਮੈਨੂੰ ਹੀ ਉਹ ਪਕੜ ਲਵੇ। ਪਤ ਬਿਗਰੇ ਕਿਆ ਬਨੈ ਉਪਾਈ। ਫਿਰ ਮੇਰੀ ਲੋਕਾਂ ਵਿੱਚ ਇੱਜ਼ਤ ਵੀ ਜਾਂਦੀ ਰਹੇਗੀ ਤੇ ਬਾਅਦ ਵਿੱਚ ਫਿਰ ਕੀ ਬਣੇਗਾ, ਗੱਲ ਵਿਗੜ ਜਾਵੇਗੀ। ਚੰਦੂ ਸੰਗ ਬੈਰ ਤਿਸ ਕੇਰਾ। ਮਾਨੀ ਮਨ ਵਿੱਚ ਸੋਚਦੇ ਨੇ ਕਿ ਗੁਰੂ ਅਰਜਨ ਸਾਹਿਬ ਦਾ ਤੇ ਚੰਦੂ ਦੇ ਨਾਲ ਬੜਾ ਵੱਡਾ ਵੈਰ ਹੈ, ਉਹ ਤੇ ਵੱਡਾ ਵਿਰੋਧੀ ਹੈ ਚੰਦੂ ਉਹਨਾਂ ਦਾ। ਇਸ ਮੈਂ ਭਲਾ ਭਇਓ ਅਤ ਮੇਰਾ। ਤੇ ਨਾਲ ਉਹ ਸੋਚਦੇ ਨੇ ਬਾਬਾ ਚੰਦ ਇਹਦੇ ਵਿੱਚ ਚਲੋ ਚੰਗਾ ਹੋਇਆ ਕਿ ਇਹਦੇ ਵਿੱਚ ਮੇਰਾ ਹੀ ਭਲਾ ਹੈ, ਕਿ ਗੁਰੂ ਅਰਜਨ ਸਾਹਿਬ ਨਾਲ ਮੈਂ ਜਿਸ ਢੰਗ ਦੇ ਨਾਲ ਕਰਨਾ ਚਾਹੁੰਦਾ ਉਹੀ ਗੱਲਾਂ ਤੇ ਚੰਦੂ ਚਾਹੁੰਦਾ ਹੈ, ਇਸ ਦੇ ਵਿੱਚ ਤੇ ਮੇਰਾ ਹੀ ਭਲਾ ਹੈ। ਤਉ ਜਨਾਏ ਬਿਨ ਨਿਜ ਦਵੈਖ। ਇਸ ਕਰਕੇ ਆਪਣੇ ਮਨ ਦਾ ਵਿਰੋਧ, ਜੋ ਮੇਰਾ ਵਿਰੋਧ ਭਰਾ ਨਾਲ ਚੱਲ ਰਿਹਾ ਹੈ, ਇਹ ਜਦੋਂ ਤੱਕ ਮੈਂ ਦੱਸਦਾ ਨਹੀਂ ਚੰਦੂ ਨੂੰ, ਮੋ ਕਹੋ ਬੁਰਾ ਬਨੇ ਸੋ ਵਸੇਖ। ਫਿਰ ਮੇਰਾ ਵੀ ਭਲਾ ਨਹੀਂ ਹੋਣਾ। ਚੰਦੂ ਨੂੰ ਦੱਸਣ ਵਿੱਚ ਭਲਾ ਹੈ, ਤੇ ਜੇ ਨਹੀਂ ਦੱਸਦਾ ਤੇ ਫਿਰ ਮੇਰੇ ਨਾਲ ਬੁਰਾ ਹੀ ਹੋਵੇਗਾ। ਇਮ ਵਿਚਾਰ ਚਾਰ ਜੋ ਸਨਮਾਨਾ। ਇਸ ਤਰੀਕੇ ਦੀਆਂ ਵਿਚਾਰਾਂ ਕਰਕੇ ਕਿ ਹੁਣ ਚੰਦੂ ਨੂੰ ਸਾਰੀ ਗੱਲ ਦੱਸ ਦਈਏ ਕਿ ਮੈਂ ਤੇ ਖੁਦ ਆਪਣੇ ਭਰਾ ਨੂੰ ਖਤਮ ਕਰਨਾ ਚਾਹੁੰਦਾ। ਇਹ ਗੁਰਮੁਖੋ, ਗੁਰੂ ਕੀ ਗੋਦ 'ਚ ਬੈਠੇ ਹੋ, ਮਤਾਂ ਸਮਝ ਲਿਓ ਕਿ ਇਹ ਕੇਵਲ ਪਰਿਵਾਰਾਂ ਦੀ ਗੱਲ। ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਨੇ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਸਾਹਿਬ ਮਹਾਰਾਜ, ਦੋਵੇਂ ਸਤਿਗੁਰ ਪਾਤਸ਼ਾਹ ਦੇ ਆਗਿਆ ਅਨੁਸਾਰੀ ਵੀ ਹੋ ਸਕਦੇ, ਪਰ ਸਾਡੇ ਵਾਸਤੇ ਇੱਕ ਪੂਰਨੇ ਪਾ ਕੇ ਦੱਸਤਾ ਸੀ ਕਿ ਘਰ ਵਿੱਚ ਕਲੇਸ਼ ਪੈ ਜਾਣ ਕਦੇ ਭਰਾਵਾਂ ਵਿੱਚ, ਅਸੀਂ ਗੁਰੂ ਅਰਜਨ ਸਾਹਿਬ ਦੇ ਅਨੁਸਾਰੀ ਬਣਨਾ ਹੈ, ਬਾਬੇ ਪ੍ਰਿਥੀ ਚੰਦ ਵਰਗਾ ਰੋਲ ਨਹੀਂ ਜੇ ਨਿਭਾਉਣਾ। ਕਿਉਂਕਿ ਜਿਹੜਾ ਈਰਖਾ ਨਫ਼ਰਤ ਵਿੱਚ ਪਿਆ ਹੈ, ਫਿਰ ਉਹਦੇ ਨਾਲ ਕੀ ਹੁੰਦਾ ਹੈ, ਕਿਸ ਰੂਪ ਦੇ ਵਿੱਚ। ਗੁਰੂ ਅਰਜਨ ਸਾਹਿਬ ਦਾ ਤਾਂ ਅੱਜ ਸਾਰਾ ਜਗਤ ਸਨਮਾਨ ਕਰ ਰਿਹਾ ਹੈ, ਪਰ ਬਾਬਾ ਪ੍ਰਿਥੀ ਚੰਦ ਤੇ ਉਹਦੀ ਅੰਸ਼ ਮੰਸ਼ ਨੂੰ ਅੱਜ ਵੀ ਮੀਣੇ ਕਹਿ ਕੇ ਦੁਰਕਾਰਿਆ ਜਾਂਦਾ। ਮੀਣਿਆਂ ਦੇ ਨਾਲ ਅੱਜ ਵੀ ਸਿੱਖ ਦੀ ਰੋਟੀ ਬੇਟੀ ਦੀ ਸਾਂਝ ਨਹੀਂ। ਹਾਂ, ਕੋਈ ਉਹ ਦੂਸਰੇ ਪਾਸੇ ਗੁਰੂਡਮ ਛੱਡ ਕੇ ਗੁਰੂ ਕੀ ਸ਼ਰਨ ਵਿੱਚ ਆ ਕੇ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਬਾਣੀ ਬਾਣੇ ਦਾ ਧਾਰਨੀ ਹੋ ਜਾਏ ਤੇ ਫਿਰ ਉਹਦੇ ਨਾਲ ਮਿਲਿਆ ਜਾ ਸਕਦਾ। ਨਹੀਂ ਤਾਂ ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਕੁੜੀ ਮਾਰ ਨੜੀ ਮਾਰ, ਸਿਰ ਗੁੰਮ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕੀਤੀ ਜਾ। ਚੇਤੇ ਰੱਖਿਓ ਤਾਂ ਕਿ ਸਾਡੇ ਘਰਾਂ ਦੇ ਵਿੱਚ ਅਸੀਂ ਕਿਸ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਅਨੁਸਾਰ ਹੀ ਬਣਨਾ ਹੈ। ਬਾਬਾ ਪ੍ਰਿਥੀ ਚੰਦ ਵਰਗਾ ਰੋਲ ਨਹੀਂ ਜ਼ਿੰਦਗੀ ਦੇ ਵਿੱਚ ਨਿਭਾਉਣਾ। ਹੁਣ ਬਾਬਾ ਪ੍ਰਿਥੀ ਚੰਦ ਇਸ ਤਰੀਕੇ ਦੀ ਈਰਖਾ ਦੇ ਵਿੱਚ ਭਰਿਆ, ਤੇ ਜਿਹੜਾ ਸੰਦੇਸ਼ ਲੈ ਕੇ ਹਰਕਾਰਾ ਆਇਆ ਸੀ ਚੰਦੂ ਦਾ, ਉਹਦਾ ਬੜਾ ਮਾਣ ਤੇ ਸਨਮਾਨ ਕਰਦੇ ਹਨ। ਦੀਨ ਬਾਗ ਤੇ ਸਾਥ ਬਖਾਨਾ। ਨਾਲੇ ਸਨਮਾਨ ਕਰਦੇ ਨੇ, ਧਨ ਦਿੰਦੇ ਆ, ਨਾਲੇ ਬੜਾ ਹੱਥ ਜੋੜ ਕਰਕੇ ਉਹਨੂੰ ਬੇਨਤੀ ਕਰਕੇ ਉਸ ਹਰਕਾਰੇ ਨੂੰ ਆਖਦੇ ਹਨ, ਜਿਨ ਚੰਦੂ ਕੇ ਸੰਗ ਬਿਗਾਰੀ। ਕਿ ਜਿਸ ਦੀ ਭਾਵ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਇਸ਼ਾਰਾ ਕਰਦੇ ਨੇ ਕਿ ਜਿਨ੍ਹਾਂ ਨੇ ਗੁਰੂ ਭਾਵ ਕਿ ਚੰਦੂ ਦੇ ਨਾਲ ਵਿਗਾੜੀ ਹੋਈ ਹੈ। ਸੋ ਤੋ ਮੋਰ ਛਤਰ ਹੈ ਭਾਰੀ। ਤੁਸੀਂ ਮੇਰਾ ਭਰਾ ਸਮਝਦੇ ਹੋ, ਮੇਰਾ ਕੋਈ ਭਰਾ ਨਹੀਂ, ਉਹ ਤੇ ਮੇਰਾ ਸ਼ਤਰੂ ਹੈ, ਮੇਰਾ ਦੁਸ਼ਮਣ ਹੈ। ਜੇ ਤੇ ਸੰਗ ਕਰਨ ਕੁਛ ਚਾਹੋ। ਤੇ ਜਾ ਕੇ ਕਹਿ ਦਿਓ ਚੰਦੂ ਦੀਵਾਨ ਨੂੰ ਕਿ ਜੇ ਚੰਦੂ ਦੀਵਾਨ ਉਹਦੇ ਨਾਲ ਕੁਝ ਕਰਨਾ ਚਾਹਵੇ, ਕਿਸੇ ਤਰੀਕੇ ਨਾਲ ਮਾੜਾ ਵਰਤਾਉਣਾ ਚਾਹੇ, ਬਨੋ ਸਹਾਇਕ ਸਦਾ ਉਮਾਹੋ। ਤੇ ਖੁਸ਼ੀ ਖੁਸ਼ੀ ਨਾਲ ਮੈਂ ਚੰਦੂ ਦਾ ਸਾਥ ਦਵਾਂਗਾ ਤੇ ਉਹ ਕੰਮ ਦੇ ਵਿੱਚ ਉਹਦੀ ਮਦਦ ਕਰਾਂਗਾ ਜੇ ਉਹ ਮੇਰੇ ਭਰਾ ਨੂੰ ਕਿਸੇ ਤਰੀਕੇ ਨਾਲ ਨੁਕਸਾਨ ਕਰਨਾ ਚਾਹੂਗਾ। ਮੋਕੋ ਇਸ਼ਟ ਹਤਨ ਤਿਸ ਕੇਰਾ। ਕਿ ਜਿਹੜੀ ਮੇਰੀ ਵੀ ਇਸ਼ਟ ਭਾਵ ਇੱਛਾ ਹੈ, ਉਹ ਆਪਣੇ ਭਰਾ ਨੂੰ ਖਤਮ ਕਰਨ ਦੀ ਮੇਰੇ ਮਨ ਵਿੱਚ ਚਾਹਨਾ ਹੈ। ਇਸ ਬਿਦ ਦਿਓ ਸੰਦੇਸ਼ਾ ਮੇ ਮੋਰਾ। ਤੇ ਜਾ ਕੇ
ਕੇ ਹਰਕਾਰੇ ਨੂੰ ਕਹਿੰਦੇ ਜਾ ਕੇ ਚੰਦੂ ਨੂੰ ਕਹਿ ਦਿਓ, ਇਹ ਸੰਦੇਸ਼ਾ ਮੇਰਾ ਦੇ ਦਿਓ ਕਿ ਮੈਂ ਜਿੱਥੇ ਆਵਾਜ਼ ਮਾਰੋਗੇ ਤੁਹਾਡੇ ਨਾਲ ਆ, ਮੈਂ ਵੀ ਤੁਹਾਡਾ ਸਹਾਇਕ ਮਦਦਗਾਰ ਬਣਾਂਗਾ। ਜਿਸ ਦਿਨ ਗਹੋ ਕੇ ਮਾਰੋ ਤਾਹੇ, ਜਿਸ ਦਿਨ ਵੀ ਚਾਹੋ ਉਹਨੂੰ ਫੜ ਲਵੋ ਜਾਂ ਜਾ ਕੇ ਮਾਰ ਦਵੋ। ਉਤਸਵ ਕਰੋ ਆਪਨ ਘਰ ਮਾਹੇ, ਮੈਂ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਮਨਾਵਾਂਗਾ, ਸ਼ਗਨ ਮਨਾਵਾਂਗਾ, ਖੁਸ਼ੀਆਂ ਕਰਾਂਗਾ ਘਰ ਦੇ ਵਿੱਚ। ਮੈਂ ਚਾਹਤ ਹਾਂ ਨਿਤ ਪ੍ਰਤ ਮਾਰਾ, ਮੈਂ ਤੇ ਖੁਦ ਆਪਣੇ ਭਰਾ ਨੂੰ ਦਿਨ ਰਾਤ ਮਾਰਨਾ ਚਾਹੁੰਨਾ, ਖਤਮ ਕਰਨਾ ਚਾਹੁੰਨਾ ਹਾਂ। ਨਹੀਂ ਪਰੰਤ ਚਲੇ ਮਮ ਚਾਰਾ, ਪਰ ਮੇਰਾ ਕੋਈ ਚਾਰਾ ਵਸ ਨਹੀਂ ਚੱਲਦਾ ਕਿ ਮੈਂ ਆਪਣੇ ਭਰਾ ਨੂੰ ਕਿਸੇ ਤਰ੍ਹਾਂ ਖਤਮ ਕਰ ਸਕਾਂ। ਸੁਲੀ ਖਾਨ ਨੂੰ ਚੜਾ ਕੇ ਲਿਆਂਦਾ ਸੀ ਪਰ ਉਹਦੀ ਤੇ ਖੁਦ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਯਤਨ ਬਾਬੇ ਪ੍ਰਿਥੀ ਚੰਦ ਵੱਲੋਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਤੇ ਵੀ ਹਮਲੇ ਕੀਤੇ ਸਨ ਤੇ ਆਪ ਜੀ ਸਾਰਿਆਂ ਨੂੰ ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ। ਹਰ ਹੀਲਾ ਵਸੀਲਾ, ਭਾਵੇਂ ਸੱਪ ਲੜਾਉਣਾ ਚਾਹਿਆ, ਭਾਵੇਂ ਦਹੀਂ 'ਚ ਦੁੱਧ ਜ਼ਹਿਰ ਪਾ ਕੇ ਖਵਾਉਣਾ ਚਾਹਿਆ, ਜਾਂ ਭਾਵੇਂ ਬਚਪਨ ਦੀ ਅਵਸਥਾ ਦੇ ਵਿੱਚ ਦਾਈ ਦੇ ਰਾਹੀਂ, ਦੁੱਧ ਦੇ ਰਾਹੀਂ ਜ਼ਹਿਰ ਦੇਣਾ ਚਾਹਿਆ, ਹਰ ਹੀਲਾ ਜਿਹੜਾ ਬਾਬਾ ਪ੍ਰਿਥੀ ਚੰਦ ਦਾ ਅਸਫਲ ਹੋ ਜਾਂਦਾ, ਕਾਮਯਾਬ ਨਹੀਂ ਹੋ ਪਾਉਂਦਾ। ਕਿਉਂਕਿ ਸੋਚ ਮਾੜੀ ਨਾਲ ਕੀਤਾ ਹੋਇਆ ਕਰਮ ਜਿਹੜਾ ਹੈ ਉਹਦਾ ਨੁਕਸਾਨ ਆਪ ਹੀ ਭੁਗਤਣਾ ਪੈਂਦਾ ਹੈ। ਉਹ ਕਹਿੰਦਾ ਤੁਸੀਂ ਕੁਝ ਵੀ ਕਰੋ, ਮੇਰਾ ਵੱਸ ਨਹੀਂ ਚੱਲਦਾ, ਮੈਂ ਤੇ ਖੁਦ ਆਪਣੇ ਭਰਾ ਨੂੰ ਖਤਮ ਕਰਨਾ ਚਾਹੁੰਦਾ ਹਾਂ। ਮੈਂ ਪਿਤ ਕੋ ਸੁਤ ਅਹੋਂ ਵਡੇਰਾ, ਮੈਂ ਆਪਣੇ ਪਿਤਾ ਦਾ ਵੱਡਾ ਪੁੱਤਰ ਹਾਂ। ਸਭ ਤੇ ਲਗ ਸੋ ਲਖੋ ਖੁਟੇਰਾ, ਤੇ ਤੁਸੀਂ ਇਹ ਚੇਤੇ ਕਰ ਲਓ ਕਿ ਉਹ ਮੇਰਾ ਭਰਾ ਸਭ ਤੋਂ ਛੋਟਾ ਹੈ, ਮੈਂ ਵੱਡਾ ਹਾਂ। ਬਸ ਆ ਵੱਡੇ ਹੋਣ ਦਾ ਹੀ ਹੰਕਾਰ ਬਾਬਾ ਪ੍ਰਿਥੀ ਚੰਦ ਦੇ ਮਨ ਵਿੱਚ ਆ ਕੇ ਟਿਕ ਗਿਆ। ਸੱਚ ਜਾਣਿਓ, ਜਿਹੜਾ ਆਪਣੇ ਆਪ ਨੂੰ ਵੱਡਾ ਵੱਡਾ ਕਹਾਉਂਦਾ ਹੈ ਨਾ, ਉਹਦੇ ਕੋਲ ਵੱਡਾਪਣ ਤੇ ਵਡਿਆਈ ਨਹੀਂ ਰਹਿ ਜਾਂਦੀ। ਜਿਹੜਾ ਨਿਮਾਣਾ ਬਣ ਕੇ ਰਹਿੰਦਾ ਹੈ, ਆਪਸ ਕੋ ਜੋ ਜਾਣੇ ਨੀਚਾ ਸੋ ਗਨੀਐ ਸਭ ਤੇ ਉੱਚਾ, ਉਹ ਆਪਣੇ ਆਪ ਨੂੰ ਜਿਹੜਾ ਨਿਮਾਣਾ ਬਣ ਕੇ ਰਹਿੰਦਾ ਹੈ ਸਭ ਤੋਂ ਉੱਚਾ। ਜਿਹੜਾ ਆਪਣੇ ਆਪ ਨੂੰ ਭਲਾ ਭਲਾ ਅਖਵਾਉਂਦਾ ਹੋਵੇ ਤੇ ਸੇ ਭਲਾਈ ਨਿਕਟ ਨਾ ਆਵੇ, ਉਹਦੇ ਕੋਲ ਭਲਾਈ ਕਦੀ ਭੁੱਲ ਕੇ ਵੀ ਨੇੜੇ ਨਹੀਂ ਜਿਉਂਦੀ। ਉਹ ਆਪਣੇ ਆਪ 'ਚ ਇਹੀ ਹੰਕਾਰ, ਮੈਂ ਵੱਡਾ ਹਾਂ। ਗੁਰੂ ਨਾਨਕ ਦੇ ਘਰ ਗੱਲ ਵੱਡੇ ਛੋਟੇ ਦੀ ਨਹੀਂ, ਗੱਲ ਗੁਣਾਂ ਦੀ ਹੈ। ਗੁਣਾਂ ਦੇ ਕਰਕੇ ਸਤਿਕਾਰ ਕੀਤਾ ਜਾਂਦਾ ਹੈ। ਤੇ ਗੁਰੂ ਅਰਜਨ ਸਾਹਿਬ ਦੇ ਅੰਦਰ ਉਹ ਵਡਿਆਈਆਂ ਸੀ, ਨਿਮਰਤਾ, ਸੰਤੋਖ, ਜਿਹੜੇ ਰੱਬੀ ਗੁਣ, ਜਿਸ ਅੰਦਰ ਰੱਬੀ ਜੋਤ ਨੇ ਆ ਕਰਕੇ ਪ੍ਰਗਟ ਹੋਣਾ ਸੀ, ਉਹ ਜੋਤ ਦੇ ਮਾਲਕ ਬਣਨਾ ਸੀ। ਸੱਚ ਜਾਣਿਓ, ਉਹ ਹਿਰਦਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸੀ। ਬਾਬਾ ਪ੍ਰਿਥੀ ਚੰਦ ਤੇ ਅੰਦਰ ਕੁਟਲ ਚਾਲਾਂ ਦੇ ਵਿੱਚ ਹਮੇਸ਼ਾ ਈਰਖਾ ਹੀ ਕਰਦੇ ਰਹੇ ਸਨ। ਪਰ ਕਹਿੰਦੇ ਵੱਡੇ ਹੋਣ ਕਰਕੇ ਮੇਰਾ ਅਧਿਕਾਰ ਸੀ, ਜੋ ਛੋਟਾ ਸੀ, ਛੋਟੇ ਦੇ ਵਿੱਚ ਕੋਈ ਗੁਣ ਨਹੀਂ ਸੀ। ਬਲ ਛਲ ਕਰ ਸਭ ਵਸਤ ਸੰਭਾਰੀ, ਜਿਹੜਾ ਆਪ ਵੱਲ ਛਲ ਕਰਦਾ ਰਿਹਾ, ਦੂਜੇ ਤੇ ਦੋਸ਼ ਲਾ ਰਿਹਾ ਹੈ ਕਿ ਉਹ ਛੋਟੇ ਨੇ ਵੱਲ ਛਲ ਕਰਕੇ ਇਹ ਸਾਰੀ ਗੁਰਗੱਦੀ ਤੇ ਗੁਰੂ ਘਰ ਦੀਆਂ ਸਾਰੀਆਂ ਵਸਤੂਆਂ ਸੰਭਾਲ ਲਈਆਂ ਹਨ। ਬਨ ਬੈਠਿਓ ਆਪੇ ਅਧਿਕਾਰੀ, ਆਪ ਹੀ ਗੁਰੂ ਘਰ ਦਾ ਅਧਿਕਾਰੀ ਬਣ ਕੇ ਬੈਠ ਗਿਆ ਹੈ। ਤੇ ਦੁਨੀਆ ਸਾਰੀ ਨੂੰ ਪਤਾ ਹੈ ਕਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਕਿਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਰੀਆਂ ਵਡਿਆਈਆਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਆਪ ਦਿੱਤੀਆਂ ਹਨ। ਇਹ ਕਿਸ ਢੰਗ ਦੇ ਨਾਲ ਇਹ ਮਾਣ ਬਖਸ਼ਿਸ਼ ਕੀਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਪਰ ਜਿਹਨੇ ਝੂਠ ਬੋਲਣਾ ਹੈ, ਕੁਫਰ ਤੋਲਣਾ ਹੈ, ਸਾਧ ਸੰਗਤ, ਉਹ ਕੇਵਲ ਆਪਣੀ ਹੀ ਸ਼ਲਾਘਾ ਕਰਕੇ, ਵਡਿਆਈ ਕਰਕੇ ਦੂਸਰੇ ਦੇ ਪ੍ਰਤੀ ਈਰਖਾ ਨਫ਼ਰਤ ਦੇ ਭਾਵ ਭਰਦਾ ਹੈ। ਕਿਉਂ ਦਿਸ ਕੇ ਨਰ ਦਰਬ ਚੜਾਵੇਂ, ਕਹਿ ਲੱਗੇ ਮੈਨੂੰ ਇਹ ਵੇਖ ਵੇਖ ਕੇ ਬੜਾ ਮਨ ਵਿੱਚ ਰੋਸ ਆਉਂਦਾ ਹੈ। ਸਾਰੀ ਦੁਨੀਆ ਦੇ ਲੋਕ ਆ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਆ ਕੇ ਧਨ ਭੇਟਾ ਕਰਦੇ ਨੇ। ਇਸ ਨਗਰੀ ਦੇ ਸੁੰਦਰ ਕਾਰਜ ਹੋ ਰਹੇ ਸਨ, ਵੇਖਦੇ ਸੀ ਸੁੰਦਰ ਲੰਗਰ ਚੱਲ ਰਹੇ ਨੇ, ਕਿਵੇਂ ਕੋੜੀਆਂ ਦੀ ਸੰਭਾਲ ਵਾਸਤੇ ਕੋੜੀ ਘਰ ਬਣ ਰਹੇ ਨੇ। ਜਦੋਂ ਕਾਲ ਪੈਂਦਾ ਹੈ ਤੇ ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਪਰਿਵਾਰ ਸਮੇਤ ਉਹ ਕਾਲ ਪੈਣ ਤੇ ਕਿਵੇਂ ਮਦਦ ਕਰਦੇ ਨੇ। ਜਦੋਂ ਸੰਗਤਾਂ ਵੇਖਦੀਆਂ ਨੇ ਸਾਡਾ ਧਨ ਤੇ ਰੱਬ ਆਪ ਸਾਰੀ ਮਨੁੱਖਤਾ ਵਿੱਚ ਵਰਤਾ ਰਿਹਾ ਹੈ, ਤੇ ਜਿਹੜਾ ਪ੍ਰੇਮ ਨਾਲ ਭੇਟਾ ਕਰਦਾ ਹੈ ਗੁਰੂ ਤੇ ਇਸ ਦਰ ਤੋਂ ਅਨੇਕਾਂ ਬਖਸ਼ਿਸ਼ਾਂ ਨਾਲ ਭਰਪੂਰ ਕਰ ਦਿੰਦਾ ਸੀ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਤੇ ਸਿੱਖ ਆਪਣਾ ਸਭ ਕੁਝ ਹੀ ਸਮਰਪਿਤ ਕਰਨ ਨੂੰ ਤਿਆਰ ਸਨ। ਇਹ ਗੱਲ ਬਾਬੇ ਪ੍ਰਿਥੀ ਚੰਦ ਤੋਂ ਬਰਦਾਸ਼ਤ ਨਹੀਂ ਹੁੰਦੀ ਕਿ ਲੋਕ ਬਹੁਤ ਧਨ ਚੜਾਉਂਦੇ ਹਨ ਲਿਆ ਲਿਆ ਕੇ। ਭਇਓ ਧਨੀ ਬਹੁ ਉਰ ਗਰਬਾਵੈ, ਆਪ ਹੰਕਾਰ ਵਿੱਚ ਭਰਿਆ ਨਿਮਰਤਾ ਦੇ ਪੁੰਜ ਸਤਿਗੁਰਾਂ ਦੇ ਪ੍ਰਤੀ ਕਹਿ ਰਿਹਾ ਹੈ ਕਿ ਉਹਨਾਂ ਕੋ ਧਨ ਆ ਗਿਆ ਤੇ ਹੁਣ ਨਾਲ ਉਹ ਹੰਕਾਰ ਕਰਦੇ ਹਨ। ਲੀਨ ਲੀਨ ਮੇਰੋ ਅਧਿਕਾਰਾ, ਇਹ ਮੇਰੇ ਅਧਿਕਾਰ ਉਹਨਾਂ ਨੇ ਖੋਹ ਲਏ ਹਨ। ਪਿਤ ਪੁਰ ਤੇ ਕਹਿ ਵਹਿਰ ਨਿਕਾਰਾ, ਤੇ ਕਹਿ ਕੇ ਲੋਕਾਂ ਨੂੰ ਮੇਰੇ ਪਿਤਾ ਦੀ ਨਗਰੀ
ਤੋਂ, ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਤੋਂ ਮੈਨੂੰ ਬਾਹਰ ਕਢਵਾ ਦਿੱਤਾ ਹੈ। ਤੁਮ ਸਾਹਮਣੇ ਮੋਹਿ ਪਛਾਹੋ ਮਿਲਾਵਾ। ਕਿ ਤੇਰੇ ਵਰਗੇ ਨੂੰ ਚੰਦੂ ਨੂੰ ਇਸ ਤਰੀਕੇ ਨਾਲ ਲਿਖਦੇ ਹਨ, ਨਾਲੇ ਉਹਦੇ ਹਰਕਾਰੇ ਰਾਹੀਂ ਸੰਦੇਸ਼ਾ ਪਹੁੰਚਾਉਂਦੇ ਨੇ ਕਿ ਤੇਰੇ ਵਰਗੇ ਭਾਵ ਸੁਲੀ ਖਾਨ ਨੇ ਮੈਨੂੰ ਬਾਦਸ਼ਾਹ ਦੇ ਨਾਲ ਮੇਲ ਕਰਵਾਇਆ ਸੀ। ਏਕ ਗ੍ਰਾਮ ਤਬ ਤਿਸ ਤੇ ਪਾਵਾ। ਤੇ ਰਹਿਣ ਵਾਸਤੇ ਮੈਨੂੰ ਇੱਕ ਪਿੰਡ ਜਿਹੜਾ ਸੀ ਉਸ ਵਕਤ ਮਿਲਿਆ ਸੀ। ਸਾਥ ਗਰੀਬੀ ਕਰਉ ਗੁਜ਼ਾਰਾ। ਇੱਕ ਪਿੰਡ ਦਾ ਮਾਲਕ ਹੋ ਕੇ ਵੀ ਕਹਿੰਦੇ ਮੈਂ ਤੇ ਗਰੀਬੀ ਵਿੱਚ ਹੀ ਗੁਜ਼ਾਰਾ ਕਰ ਰਿਹਾ। ਜਦੋਂ ਸੁਲੀ ਖਾਂ ਆਇਆ ਸੀ ਉਹਨੂੰ ਆਪਣੇ ਆਵੇ ਵਿਖਾਉਂਦੇ ਸਨ, ਉਹਨੂੰ ਸਭ ਕੁਝ ਕਿ ਮੇਰੇ ਕੋਲ ਧਨ ਬੜਾ ਹੈ, ਪਦਾਰਥਾਂ ਦੀ ਕੋਈ ਕਮੀ ਨਹੀਂ, ਕੋਈ ਲਾਲਚ ਨਹੀਂ। ਪਰ ਦੂਸਰੇ ਪਾਸੇ ਹੁਣ ਮਨ ਡੱਕੋ ਡੋਲੇ ਖਾ ਕੇ ਦੂਜੇ ਭਾਵ ਵਿੱਚ ਆ ਗਏ ਕਿ ਮੈਂ ਤੇ ਬੜਾ ਗਰੀਬ ਹਾਂ, ਗਰੀਬੀ ਵਿੱਚ ਹੀ ਗੁਜ਼ਾਰਾ ਕਰਦਾ ਹਾਂ। ਲਖ ਮੁਝ ਆਪਣੋ ਕੀਜੈ ਪਿਆਰਾ। ਤੇ ਚੰਦੂ ਨੂੰ ਕਹਿੰਦੇ ਕਿ ਮੈਨੂੰ ਆਪਣਾ ਸਾਥੀ ਜਾਣ ਕੇ ਆਪਣਾ ਪਿਆਰਾ ਬਣਾ ਲਵੋ। ਹਮ ਤੋ ਤੁਮਰੇ ਨਿਤ ਅਨੁਸਾਰੇ। ਅਸੀਂ ਤਾਂ ਤੁਹਾਡੇ ਅਨੁਸਾਰ ਹੀ ਹਾਂ। ਤੇ ਭਰਾਤਾ ਲਖ ਦਿਓ ਨਾ ਬਿਗਾਰੇ। ਕਿ ਮੈਨੂੰ ਗੁਰੂ ਅਰਜਨ ਸਾਹਿਬ ਦਾ ਭਰਾ ਜਾਣ ਕੇ ਮੇਰਾ ਕੋਈ ਕਾਜ ਨਾ ਵਿਗਾੜ ਦਿਓ। ਮਿਹਰਬਾਨਗੀ ਹਮ ਪਰ ਕਰੀਏ। ਇੱਕ ਮਿਹਰਬਾਨਗੀ ਭਾਵ ਮੇਰੇ ਤੇ ਕਿਰਪਾ ਕਰਿਓ। ਨਿਜ ਛਤਰ ਕੋ ਪਕੜ ਸੰਘਰੀਏ। ਮੇਰੇ ਦੁਸ਼ਮਣ ਨੂੰ ਪਕੜ ਕਰਕੇ ਤੁਸੀਂ ਖਤਮ ਕਰ ਦਿਓ। ਇਦਾਂ ਦੇ ਮਾੜੇ ਬੋਲ ਬਾਬਾ ਪ੍ਰਿਥੀ ਚੰਦ ਜੀ ਬੋਲ ਕਰਕੇ ਤੇ ਲਿਖ ਕੇ ਹਰਕਾਰੇ ਨੂੰ ਕਹਿੰਦੇ ਹਨ। ਇਤਿਆਦਿਕ ਲਿਖ ਕੈ ਹਲਕਾਰੇ। ਇਹ ਸਾਰੀਆਂ ਗੱਲਾਂ ਜਿੱਥੇ ਬੋਲ ਕੇ ਕਈਆਂ, ਨਾਲੇ ਸਾਰੀਆਂ ਲਿਖ ਕਰਕੇ ਜਿਹੜਾ ਚਿੱਠੀ ਲੈ ਕੇ ਆਇਆ ਸੀ ਚੰਦੂ ਦੀ, ਉਹਦੇ ਹੱਥ ਵਿੱਚ ਚਿੱਠੀ ਪਕੜਾ ਦਿੱਤੀ ਹੈ। ਕੁਸ਼ਕ ਦਰਬ ਦੇ ਆਦਰ ਧਾਰੇ। ਧਨ ਵੀ ਆਪਣੇ ਕੋਲੋਂ ਦਿੱਤਾ ਹੈ ਕਿ ਤਾਂ ਕਿ ਮੇਰੀਆਂ ਗੱਲਾਂ ਮੇਰੇ ਵੱਲ ਦੀਆਂ ਹੋ ਕਰਕੇ ਉਹ ਦੱਸੇ। ਇੱਜ਼ਤ ਮਾਣ ਦੇ ਕਰਕੇ ਬੜਾ ਸਨਮਾਨ ਕੀਤਾ ਹੈ। ਖਾਨ ਪਾਨ ਅੱਛੇ ਕਰਵਾਏ। ਵਧੀਆ ਭੋਜਨ ਪ੍ਰਸ਼ਾਦਾ ਜਿਹੜਾ ਹੈ ਉਹ ਉਸ ਹਰਕਾਰੇ ਨੂੰ ਛਕਾਉਣਾ ਕੀਤਾ ਹੈ। ਗੁਰੂ ਦਵੈਸ਼ ਕੋ ਬਹੁ ਸਮਝਾਏ। ਕਿ ਗੁਰੂ ਘਰ ਦੇ ਪ੍ਰਤੀ ਜਿਹੜਾ ਉਹਦਾ ਵਿਰੋਧ ਸੀ ਉਹ ਸਾਰੀਆਂ ਗੱਲਾਂ ਚੰਗੀ ਤਰੀਕੇ ਨਾਲ ਜਾ ਕੇ ਦੱਸ ਦੇਵੀਂ ਜਾ ਕਰਕੇ ਕਿ ਇਸ ਤਰੀਕੇ ਨਾਲ ਸਮਝਾਉਣਾ ਕੀਤਾ ਬਾਬਾ ਪ੍ਰਿਥੀ ਚੰਦ ਨੇ। ਚਾਰ ਵਿਸਰਜਨ ਕਰਿਓ ਆਨੰਦੇ। ਇਸ ਤਰ੍ਹਾਂ ਜਿਹੜਾ ਇਹ ਹੁਣ ਚਾਰ ਭਾਵ ਕਿ ਜਿਹੜਾ ਸੰਦੇਸ਼ ਵਾਹਕ ਆਇਆ ਸੀ ਉਹਨੂੰ ਫਿਰ ਸਨਮਾਨ ਸਹਿਤ ਵਿਦਾ ਕਰਕੇ ਬੜੇ ਮਨ ਵਿੱਚ ਖੁਸ਼ ਹੋ ਰਹੇ ਨੇ ਬਾਬਾ ਪ੍ਰਿਥੀ ਚੰਦ। ਜਾਣਿਓ ਅਬ ਵੈ ਕਾਜ ਬਿਲੰਦੇ। ਤੇ ਸੋਚਦੇ ਸੀ ਜਿਹੜੇ ਕੰਮ ਮੈਂ ਚਾਹੁੰਦਾ ਸਾਂ ਹੁਣ ਮੇਰੇ ਕੰਮ ਜ਼ਰੂਰ ਰਾਸ ਹੋ ਜਾਣਗੇ। ਜਥਾ ਅਚਾਨਕ ਸੁਲਹੀ ਮਰਿਓ। ਕਿਉਂਕਿ ਜਦੋਂ ਦਾ ਸੁਲੀ ਖਾਂ ਮਰ ਗਿਆ ਸੀ ਤਥਾ ਕਾਜ ਮਮ ਗੁਰੂ ਸੁਧਰਿਓ। ਕਹਿੰਦੇ ਮੈਂ ਸੋਚਦਾ ਸੀ ਮੇਰਾ ਕੰਮ ਕਿਵੇਂ ਹੋਏਗਾ ਸੁਲਹੀ ਦੇ ਮਰਨ ਤੇ, ਪਰ ਗੁਰੂ ਨੇ ਕਿਰਪਾ ਕੀਤੀ ਹੈ। ਪਾਪੀ ਮਨ ਵਿੱਚ ਸੋਚ ਵਾਲਾ ਵੀ ਕਈ ਵਾਰ ਇਸ ਨੂੰ ਗੁਰੂ ਦੀ ਰਹਿਮਤ, ਇਹ ਨਹੀਂ ਪਤਾ ਕਿ ਇਹ ਗੁਰੂ ਦੀ ਕਰੋਪੀ ਹੈ ਜੋ ਗਲਤ ਪਾਸੇ ਨੂੰ ਹੌਲੀ ਹੌਲੀ ਇਹ ਨਿਵਾਣ ਵਾਲੇ ਪਾਸੇ ਨੂੰ ਜਿੱਧਰ ਨੂੰ ਜਾਂਦਾ ਪਿਆ ਹੈ ਜੀਵਨ, ਇਹ ਗੁਰੂ ਦੀ ਕਰੋਪੀ ਹੈ। ਗੁਰੂ ਵਿਛੋੜਦਾ ਪਿਆ ਹੈ। ਗੁਰੂ ਤੇ ਉਹਦੇ ਨਾਲ ਪਿਆਰ ਕਰਦਾ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਨਿਤ ਆ ਰਿਹਾ ਹੈ, ਜਿਹੜੇ ਮਨ 'ਚੋਂ ਈਰਖਾ ਮੁੱਕ ਰਹੀ ਹੈ, ਨਫ਼ਰਤ ਮੁੱਕ ਰਹੀ ਹੈ, ਜਿਹੜੇ ਅੰਦਰ ਪਿਆਰ ਪੈਦਾ ਹੋ ਰਿਹਾ ਹੈ, ਸੰਤੋਖ ਪੈਦਾ ਹੋ ਰਿਹਾ ਹੈ, ਜਿਹਦਾ ਮਨ ਸਿਮਰਨ ਵਾਲੇ ਪਾਸੇ ਜੁੜ ਰਿਹਾ ਹੈ, ਜਿਹਨੂੰ ਅੰਮ੍ਰਿਤ ਵੇਲੇ ਉੱਠਣ ਦਾ ਚਾਅ ਪੈਦਾ ਹੋ ਰਿਹਾ ਹੈ, ਜਿਹਨੂੰ ਨਿਤਨੇਮ ਦੀ ਦਾਤ ਗੁਰੂ ਬਖਸ਼ ਦਿੰਦਾ। ਇਹਦਾ ਮਤਲਬ ਗੁਰੂ ਪਿਆਰ ਕਰਕੇ ਆਪਣੇ ਨਾਲ ਜੋੜ ਰਿਹਾ। ਤੇ ਜਿਹੜੇ ਕੋਈ ਇਹ ਸਾਰੀਆਂ ਚੀਜ਼ਾਂ ਨਿਮਰਤਾ, ਸਹਿਨਸ਼ੀਲਤਾ, ਸੰਤੋਖ, ਬਾਣੀ ਤੇ ਬਾਣੇ ਵਾਲੇ ਜਿਹੜੇ ਗੁਣ ਨੇ ਇਹ ਵਿਸਰਦੇ ਜਾ ਰਹੇ। ਇਹਦਾ ਮਤਲਬ ਗੁਰੂ ਤੇ ਖੁਦ ਵਿਛੋੜ ਰਿਹਾ। ਇਹ ਹੁਣ ਵਿਛੜਦਾ ਪਿਆ ਗੁਰੂ ਤੋਂ ਹੌਲੀ ਹੌਲੀ, ਸੋਚਦਾ ਗੁਰੂ ਨੇ ਮੇਰੇ ਕੰਮ ਸਵਾਰ ਦਿੱਤੇ ਹਨ। ਹਰਖ ਕਰਤ ਚਿਤਵਤ ਨਿਤ ਐਸੇ। ਇਸ ਤਰੀਕੇ ਦੀਆਂ ਵਿਚਾਰਾਂ ਕਰ ਕਰਕੇ ਇਹ ਮਨ ਵਿੱਚ ਸੋਚ ਕੇ ਬੜਾ ਖੁਸ਼ ਹੋ ਰਹੇ ਹਨ। ਚੰਦੂ ਬਿਗੜ ਗਏ ਗੁਰ ਜੈਸੇ। ਇਹ ਸੋਚ ਰਹੇ ਨੇ ਕਿ ਹੁਣ ਤੇ ਚੰਦੂ ਨਾਲ ਵਿਗੜੀ ਹੈ ਗੁਰੂ ਸਾਹਿਬ ਦੀ, ਤੇ ਉਹ ਜਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਪਕੜ ਹੀ ਲਵੇਗਾ। ਦਿੱਲੀ ਬਰਿਓ ਜਾਏ ਹਲਕਾਰਾ। ਇੱਧਰ ਜਿਹੜਾ ਹਰਕਾਰਾ ਸੀ ਬਾਬੇ ਪ੍ਰਿਥੀ ਚੰਦ ਤੋਂ ਵਿਦਾ ਹੋ ਕੇ ਦਿੱਲੀ ਚੰਦੂ ਦੇ ਕੋਲ ਪਹੁੰਚਿਆ ਹੈ। ਪਾਤੀ ਦੇਤ ਬਿਰਤਾਂਤ ਉਚਾਰਾ। ਤੇ ਜਿਹੜੀ ਚਿੱਠੀ ਬਾਬੇ ਪ੍ਰਿਥੀ ਚੰਦ ਨੇ ਲਿਖੀ ਸੀ ਉਹ ਸਾਰੀ ਜਾ ਕਰਕੇ ਉਸ ਚੰਦੂ ਨੂੰ ਜਾ ਕਰਕੇ
ਚਿੱਠੀ ਵੀ ਦਿੱਤੀ ਹੈ ਤੇ ਸਾਰਾ ਬਿਰਤਾਂਤ ਵੀ ਉਹਨੂੰ ਦੱਸਣਾ ਕੀਤਾ ਅਨੁਸਾਰ ਸੋ ਬੈਰ ਧਰੰਤਾ। ਕਿ ਜਿਹੜਾ ਬਾਬਾ ਪ੍ਰਿਥੀ ਚੰਦ ਹੈ ਉਹ ਤੇ ਆਪਣੇ ਛੋਟੇ ਭਰਾ ਨਾਲ ਵਿਰੋਧ ਕਰਦਾ ਹੈ, ਉਹਦੇ ਨਾਲ ਉਹਦਾ ਵੀ ਜਿਹੜਾ ਹੈ ਮਨ ਵਿੱਚ ਵੈਰ ਰੱਖਿਆ ਹੈ, ਭਾਵ ਉਹ ਤੇ ਖੁਦ ਉਹਦਾ ਮਾੜਾ ਚਿਤਵਦਾ ਹੈ। ਪ੍ਰਾਨ ਹਾਨ ਲਓ ਯਤਨ ਕਰੰਤਾ। ਹਰ ਵਕਤ ਇਹੀ ਸੋਚਦਾ ਹੈ ਕਿ ਮੈਂ ਆਪਣੇ ਭਰਾ ਦੇ ਪ੍ਰਾਣ ਹਾਨ ਕਿਵੇਂ ਕਰਾਂ। ਇਸ ਤਰੀਕੇ ਦੇ ਨਾਲ ਉਹ ਤੇ ਪ੍ਰਾਣ ਲੈਣਾ ਚਾਹੁੰਦਾ ਹੈ ਆਪਣੇ ਭਰਾ ਦੇ। ਸੁਲਹੀ ਤੇ ਚਾਹਤ ਗਹਿਵਾਇਓ। ਉਹ ਸੁਲੀ ਖਾਨ ਨੂੰ ਵੀ ਉਸੇ ਨੇ ਬੁਲਾਇਆ ਸੀ ਤੇ ਸੁਲੀ ਖਾਨ ਦੇ ਰਾਹੀਂ ਆਪਣੇ ਭਰਾ ਨੂੰ ਫੜਵਾਉਣਾ ਚਾਹੁੰਦਾ ਸੀ। ਸੋ ਮਰ ਕਰ ਜਾਮ ਧਾਮ ਸਿਧਾਇਓ। ਪਰ ਸੁਲੀ ਖਾਨ ਉਹਦਾ ਕੰਮ ਪੂਰਾ ਨਾ ਕਰ ਸਕਿਆ, ਉਹ ਤੇ ਰਸਤੇ ਦੇ ਵਿੱਚ ਹੀ ਸੜ ਕੇ ਮਰ ਗਿਆ ਤੇ ਜਮਾਂ ਦੀ ਪੁਰੀ ਵਿੱਚ ਚਲਿਆ ਗਿਆ। ਅਬ ਬਾਂਛਤ ਉਰਹਤੈ ਦੀਵਾਨ। ਇਸ ਕਰਕੇ ਇਹ ਦੀਵਾਨ ਜੀ ਉਹ ਤੁਹਾਡੀ ਸਹਾਇਤਾ ਚਾਹੁੰਦਾ ਹੈ। ਮੋ ਸਮੀਪ ਬਹੁ ਬਾਰ ਬਖਾਨ। ਮੇਰੇ ਕੋਲ ਬਾਰ-ਬਾਰ ਉਹਨੇ ਬੇਨਤੀ ਕਰਕੇ ਤੁਹਾਡੇ ਰਾਹੀਂ ਮਦਦ ਮੰਗੀ ਹੈ। ਮੇਲ ਚੈਤ ਹੈ ਰਾਵਰ ਸੰਗ। ਇਹੀ ਚਾਹੁੰਦਾ ਹੈ ਕਿ ਤੁਹਾਡੇ ਨਾਲ ਕਿਸੇ ਤਰੀਕੇ ਦੇ ਨਾਲ ਮੇਲ ਹੋ ਜਾਵੇ ਕਰੇ ਯਤਨ ਗਾਬੇ ਗੁਰ ਅੰਗ। ਤੇ ਤੁਹਾਡੇ ਨਾਲ ਮਿਲ ਕਰਕੇ ਉਹ ਵੀ ਗੁਰੂ ਅਰਜਨ ਸਾਹਿਬ ਨੂੰ ਫੜਨਾ ਭਾਵ ਗ੍ਰਿਫਤਾਰ ਕਰਾਉਣਾ ਚਾਹੁੰਦਾ ਹੈ। ਆਪ ਹਕਾਰੋ ਤੂਰਨ ਆਵੈ। ਇਹ ਹਕਾਰਾ ਕਹਿੰਦਾ ਹੈ ਕਿ ਚਾਹੇ ਦੀਵਾਨ ਜੀ ਜੇ ਤੁਸੀਂ ਬਾਬੇ ਪ੍ਰਿਥੀ ਚੰਦ ਨੂੰ ਬੁਲਾਓਗੇ ਤੁਰੰਤ ਤੁਹਾਡੀ ਆਵਾਜ਼ ਸੁਣ ਕੇ ਉਹ ਆ ਜਾਣਗੇ ਤੁਹਾਡੇ ਕੋਲ। ਅਨਕ ਭਾਂਤ ਕੀ ਘਾਤ ਬਤਾਵੈ। ਫਿਰ ਤੁਹਾਨੂੰ ਹੋਰ ਵੀ ਕਈ ਤਰੀਕੇ ਦੇ ਦਾਉ ਪੇਚ ਦੱਸਣਗੇ, ਘਰ ਦੀਆਂ ਗੱਲਾਂ ਦੱਸਣਗੇ ਕਿ ਕਿਵੇਂ ਗੁਰੂ ਅਰਜਨ ਸਾਹਿਬ ਨੂੰ ਪਕੜਨਾ ਹੈ। ਤੁਮਕੋ ਹੋਏ ਸੁਖੈਨ ਗਹਿ ਲੈਨੋ। ਤੇ ਤੁਹਾਨੂੰ ਜਦੋਂ ਹੁਣ ਘਰ ਦਾ ਹੀ ਭੇਤੀ ਲੰਕਾ ਢਾਵੇ ਦੀ ਖੇਡ ਅਨੁਸਾਰ ਜੇ ਘਰ ਦਾ ਭੇਤੀ ਆ ਕੇ ਸਾਰੇ ਭੇਦ ਦੱਸੇ ਤੇ ਤੁਹਾਡੇ ਵਾਸਤੇ ਗੁਰੂ ਅਰਜਨ ਸਾਹਿਬ ਨੂੰ ਫੜਨਾ ਵੀ ਸੌਖਾ ਹੋ ਜਾਏਗਾ। ਚਾਹੋ ਸਜਾਏ ਕਰੋ ਤਬ ਦੇਨੋ। ਫਿਰ ਤੁਸੀਂ ਜੋ ਸਜ਼ਾ ਦੇਣੀ ਚਾਹੋ ਬਹਾਨਾ ਬਣਾ ਕਰਕੇ ਵਿਧ ਬਣਾ ਕਰਕੇ ਉਹ ਸਜ਼ਾ ਦੇ ਦੇਣਾ। ਕਹਿ ਕੰਨਿਆ ਕੋ ਲੈ ਹੈ ਨਾਤਾ। ਜਾਂ ਤੇ ਉਹ ਤੁਹਾਡੀ ਲੜਕੀ ਦਾ ਰਿਸ਼ਤਾ ਲੈ ਲੇਗਾ। ਕਹਿ ਮਾਨੇ ਨਿਜ ਪ੍ਰਾਨਨ ਘਾਤਾ। ਤੇ ਜੇ ਨਹੀਂ ਤੇ ਫਿਰ ਆਪਣੀ ਜਾਨ ਦਾ ਨੁਕਸਾਨ ਕਰਾ ਬੈਠੇਗਾ। ਇਸ ਤਰ੍ਹਾਂ ਦੇ ਬੋਲ ਬੋਲਦੇ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਜਿਹੜੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਗੁਰੂ ਅਰਜਨ ਪ੍ਰਤੱਖ ਹਰ ਗਰੀਬ ਨਿਵਾਜ ਨੇ, ਜਿਹੜੇ ਸਾਰਿਆਂ ਦਾ ਹੀ ਭਲਾ ਚਿਤਵਦੇ ਹਨ। ਪਰ ਉਹਨਾਂ ਦੇ ਪ੍ਰਤੀ ਇਹ ਈਰਖਾਲੂ ਆਪਣਾ ਹੀ ਅਸਲ ਦੇ ਵਿੱਚ ਨਿੰਦਕ ਆਪਣੀ ਜੜ ਆਪ ਪੁੱਟਦਾ ਹੈ, ਆਪਣਾ ਨੁਕਸਾਨ ਆਪ ਕਰਦਾ ਹੈ। ਇਸ ਕਰਕੇ ਆਪਣੀਆਂ ਜੜ੍ਹਾਂ ਪੁੱਟਣ ਦਾ ਕੰਮ ਕਰ ਰਹੇ ਨੇ। ਗੁਰੂ ਦਾ ਕੁਝ ਨਹੀਂ ਵਿਗਾੜ ਸਕਦੇ। ਗੁਰੂ ਦਾ ਵਿਗਾੜਨ ਦੀ ਕਿਸੇ ਦੀ ਹਿੰਮਤ ਨਹੀਂ। ਗੁਰੂ ਤੇ ਵਿਗੜੀਆਂ ਸਵਾਰ ਦਿੰਦਾ ਹੈ। ਗੁਰੂ ਦੇ ਅੱਗੇ ਤੇ ਅਸੀਂ ਤਰਲਾ ਮਾਰਦੇ ਹਾਂ, ਰਾਖ ਲਿਓ ਹਮ ਤੇ ਬਿਗੜੀ, ਕਿ ਸਤਿਗੁਰੂ ਸਾਡੀ ਵਿਗੜੀ ਤੂੰ ਰੱਖ ਲੈ ਬਚਾ ਲੈ। ਪਰ ਇਹ ਵਿਗਾੜਨਾ ਚਾਹੁੰਦੇ, ਗੁਰੂ ਦਾ ਕੋਈ ਨਹੀਂ ਕੁਝ ਵਿਗਾੜ ਸਕਦਾ। ਇਹ ਆਪਣੀਆਂ ਜੜ੍ਹਾਂ ਮਾਨੋ ਆਪ ਪੁੱਟ ਰਹੇ ਹਨ। ਸੰਗਤ ਜੀ ਕਰੋ ਯਤਨ ਰਹਿ ਆਵੈ ਲਾਜਾ। ਤੇ ਹਰਕਾਰਾ ਕਹਿੰਦਾ ਹੈ ਹੁਣ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਹੀਲਾ ਵਸੀਲਾ ਜਿਹੜਾ ਬਣਾਵੋ ਜਿਸ ਤਰੀਕੇ ਨਾਲ ਸਾਰੇ ਕਾਰਜ ਹੋ ਸਕਣ। ਸੁਧਰੇ ਨੀਕੇ ਬਿਗੜਿਓ ਕਾਜਾ। ਜਿਹੜੇ ਵਿਗੜੇ ਹੋਏ ਕਾਰਜ ਨੇ ਤੁਹਾਡੇ, ਜੇ ਤੁਸੀਂ ਪ੍ਰਿਥੀ ਚੰਦ ਦੇ ਨਾਲ ਮਿਲ ਜਾਓ ਤੁਹਾਡੇ ਕੰਮ ਸੌਖਿਆਂ ਸਰ ਜਾਣਗੇ। ਸੁਣ ਕਰ ਚੰਦੂ ਹਰਕਤ ਹੋਵਾ। ਇਹ ਸਾਰੀ ਗੱਲ ਹਰਕਾਰੇ ਕੋ ਸੁਣ ਕੇ ਹੁਣ ਚੰਦੂ ਪਾਪੀ ਬੜਾ ਖੁਸ਼ ਹੁੰਦਾ ਹੈ। ਲਿਓ ਬੈਰ ਸਹਜੇ ਤਬ ਜੋਵਾ। ਕਹਿਣ ਲੱਗੇ ਹੁਣ ਤੇ ਮੈਂ ਬੜੇ ਆਸਾਨੀ ਨਾਲ ਹੀ ਆਪਣਾ ਵੈਰ ਕਮਾ ਲਵਾਂਗਾ, ਆਪਣੀ ਗੱਲ ਮਨਵਾ ਲਵਾਂਗਾ। ਜੇ ਰਿਪ ਘਰ ਮੈਂ ਭੇਦ ਪਰੰਤਾ। ਕਿਉਂਕਿ ਕਹਿੰਦਾ ਜੇ ਕਿਸੇ ਦੁਸ਼ਮਣ ਦੇ ਘਰ ਦੇ ਵਿੱਚ ਪਾੜ ਪੈ ਜਾਵੇ, ਕੋਈ ਘਰ ਦਾ ਭੇਦ ਦੱਸਣ ਵਾਲਾ ਆ ਜਾਏ ਤੇ ਦੁਸ਼ਮਣ ਦੇ ਘਰ ਵਿੱਚ ਜੇ ਕਿਤੇ ਪਾੜ ਪੈ ਜਾਵੇ ਤਾਂ ਸੁਖੈ ਨਹੀਂ ਕਾਜ ਬਨੰਤਾ। ਫਿਰ ਤੇ ਆਸਾਨੀ ਦੇ ਨਾਲ ਹੀ ਸਾਰੇ ਕਾਰਜ ਇਵੇਂ ਬਣ ਜਾਂਦੇ ਹਨ ਜਿਵੇਂ ਜਥਾ ਅਸ਼ਰ ਨਿਕਸੈ ਚਖ ਦਵਾਰੇ। ਜਿਸ ਤਰੀਕੇ ਨਾਲ ਸੰਗਤ ਜੀ ਮਨ ਵਿੱਚ ਕਈਆਂ ਦੇ ਕੀ ਭਾਵ ਚੱਲਦਾ ਹੈ, ਕਈ ਵਾਰ ਮਨ ਦੇ ਭਾਵ ਅੱਖਾਂ ਦੱਸ ਦਿੰਦੀਆਂ ਨੇ। ਅੱਖਾਂ ਨੂੰ ਵੇਖ ਕੇ ਬੰਦਾ ਵੇਖ ਲੈਂਦਾ ਇਹ ਬੰਦਾ ਖੁਸ਼ ਹੈ, ਚਿਹਰੇ ਤੋਂ ਪਤਾ ਲੱਗ ਜਾਂਦਾ, ਅੱਖਾਂ ਤੋਂ। ਹੁਣ ਕਈ ਵਾਰ ਮਨ ਦਾ ਦੁੱਖ ਹੁੰਦਾ ਹੈ ਤੇ ਅੱਖਾਂ ਦੇ ਰਾਹੀਂ ਅਥਰੂਆਂ ਦੇ ਰਾਹੀਂ ਕਈ ਵਾਰ ਬਾਹਰ ਨਿਕਲ ਆਉਂਦਾ। ਅੱਖਾਂ ਦੇ ਅਥਰੂ ਵੇਖ ਕਰਕੇ ਮਨ ਦੀ ਅਵਸਥਾ, ਜਿਵੇਂ ਕਹਿੰਦੇ ਉਦਾਹਰਣ ਦੇ ਕੇ ਕਵੀ ਜੀ ਦੱਸਦੇ ਕਿ ਚੰਦੂ ਗੱਲਾਂ ਕਰਦਾ ਹੈ ਕਿ ਜਿਵੇਂ ਅੱਖਾਂ ਦੇ ਵਿੱਚੋਂ ਅਥਰੂ ਕਈ ਵਾਰ ਨਿਕਲਦੇ ਹਨ। ਅੰਤਰ ਦੁਖ ਲਿਖੀਅਤ ਬਿਦ ਸਾਰੇ। ਤੇ ਜਿਹੜੇ ਹੁਣ ਅੱਖਾਂ ਦੇ ਅਥਰੂ ਨੇ ਉਹ ਹਿਰਦੇ ਦੀ ਕਹਾਣੀ ਦੱਸਦੇ ਨੇ ਕਿ ਬੰਦੇ ਦੇ ਮਨ ਵਿੱਚ ਕੀ ਹੈ। ਜੇ ਮਨ 'ਚ ਦੁੱਖ ਹੈ, ਅੱਖਾਂ ਦੇ ਅਥਰੂ ਤੇ ਚਿਹਰੇ ਦੇ ਹਾਵ ਭਾਵ ਤੋਂ ਅੰਦਰ ਦਾ ਦੁੱਖ
ਅੱਖਾਂ ਦੇ ਅਥਰੂਆਂ ਰਾਹੀਂ ਅੰਦਰ ਦੀ ਵਿਧ ਪਤਾ ਲੱਗ ਜਾਂਦੀ ਹੈ। ਤਿਉ ਰਿਪਕੋ ਸਭ ਭੇਦ ਬਤਾਵੈ। ਇਸੇ ਤਰੀਕੇ ਨਾਲ ਘਰ ਦਾ ਭੇਤੀ ਅਥਰੂਆਂ ਦੇ ਰੂਪ ਵਿੱਚ ਜਿਵੇਂ ਹਿਰਦੇ ਦਾ ਭੇਦ, ਇਦਾਂ ਘਰ ਦਾ ਭੇਤੀ ਜਿਹੜਾ ਦੁਸ਼ਮਣ ਹੁੰਦਾ ਹੈ ਉਹ ਸਾਰੇ ਘਰ ਦੇ ਭੇਦ ਦੱਸ ਦਿਆ ਕਰਦਾ ਹੈ। ਭਰਾਤਾ ਛਟ ਕਰ ਜੇ ਮਿਲ ਜਾਵੈ। ਤੇ ਖਾਸ ਕਰਕੇ ਜੇ ਕੋਈ ਭਰਾ ਕਿਸੇ ਦਾ ਭਰਾ ਨਾਲੋਂ ਵਿਛੜ ਕੇ ਦੁਸ਼ਮਣ ਨਾਲ ਮਿਲ ਜਾਵੇ, ਖਾਸ ਕਰਕੇ ਤੇ ਫਿਰ ਉਹ ਭਰਾ ਨਾਲੋਂ ਵੱਧ ਤੇ ਕਿਸੇ ਨੂੰ ਘਰ ਦੇ ਭੇਦ ਨਹੀਂ ਕਿ ਕਿਵੇਂ ਨੁਕਸਾਨ ਕਰਨਾ। ਇਸ ਕਰਕੇ ਘਰ ਦੇ ਹੀ ਬੰਦੇ ਸਰਕਾਰਾਂ ਕਈ ਵਾਰ ਗੰਢਣ ਦਾ ਯਤਨ ਕਰਦੀਆਂ, ਪਹਿਲਾਂ ਵੀ ਤੇ ਅੱਜ ਦੇ ਸਮੇਂ ਵਿੱਚ ਵੀ ਇਸ ਤਰੀਕੇ ਨਾਲ ਸਾਮ ਦਾਮ ਦੰਡ ਭੇਦ ਵਰਤਦੀਆਂ। ਉਦੋਂ ਬਾਬਾ ਪ੍ਰਿਥੀ ਚੰਦ ਜੀ ਨੂੰ ਕਿਸੇ ਤਰੀਕੇ ਨਾਲ ਗੰਢਿਆ ਗਿਆ ਹੈ ਕਿ ਗੁਰੂ ਨਾਨਕ ਦੇ ਘਰ ਦੀ ਸੱਚ ਦੀ ਆਵਾਜ਼, ਕੇਵਲ ਚੰਦੂ ਦੀ ਲੜਕੀ ਦਾ ਰਿਸ਼ਤਾ ਕੋਈ ਬਹੁਤਾ ਵੱਡਾ ਕਾਰਨ ਨਹੀਂ, ਪਰ ਜਿਹੜਾ ਸਾਹਮਣੇ ਚੀਜ਼ਾਂ ਇਹੀ ਰੱਖੀਆਂ ਜਾਂਦੀਆਂ ਨੇ ਕਿਉਂਕਿ ਇਹਦੇ ਪਿੱਛੇ ਜਿਹੜੀਆਂ ਲੁਕਵੀਆਂ ਗੱਲਾਂ ਸੀ ਉਹ ਚੁੱਭਦੀ ਸੀ ਗੁਰੂ ਨਾਨਕ ਦੇ ਘਰ ਦੀ ਸੱਚ ਦੀ ਆਵਾਜ਼, ਜਿਹਨੂੰ ਖਤਮ ਕਰਨ ਵਾਸਤੇ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਹਟਾਉਣ ਵਾਸਤੇ ਇਹੋ ਜਿਹੇ ਛੜਯੰਤਰ ਰਚ ਰਹੇ ਸਨ। ਕਹਿਨ ਸ਼ਾਉ ਸੋ ਬਨੈ ਬਹਾਨੋ। ਤੇ ਨਾਲੇ ਹੁਣ ਬਾਬਾ ਪ੍ਰਿਥੀ ਚੰਦ ਕਹਿੰਦਾ, ਭਾਵ ਕਿ ਚੰਦੂ ਪਾਪੀ ਇਹ ਗੱਲ ਕਰਦਾ ਹੈ ਕਿ ਜਦੋਂ ਹੁਣ ਭਰਾ ਆ ਕਰਕੇ ਪੁਕਾਰ ਕਰੇਗਾ ਤੇ ਬਾਦਸ਼ਾਹ ਦੇ ਕੋਲ ਵੀ ਸਾਨੂੰ ਗੱਲ ਰੱਖਣ ਦਾ ਇੱਕ ਬਹਾਨਾ ਲੱਭ ਜਾਏਗਾ। ਭਰਾਤ ਪੁਕਾਰੋ ਦੁਖੀ ਮਹਾਨੋ। ਜਦੋਂ ਭਰਾ ਵੀ ਪੁਕਾਰ ਕਰੇਗਾ ਜੀ ਮੈਂ ਦੁਖੀ ਆ, ਮੇਰੇ ਨਾਲ ਧੱਕਾ ਹੋਇਆ ਹੈ, ਜ਼ੁਲਮ ਹੋਇਆ ਹੈ, ਤੇ ਉਹ ਇਨਸਾਫ ਦੀ ਗੁਹਾਰ ਜਦੋਂ ਬਾਦਸ਼ਾਹ ਕੋਲ ਜਾ ਕੇ ਲਾਵੇਗਾ। ਜਾਂਤੇ ਅਬ ਬੁਲਾਏ ਕਰ ਤੂਰਨ। ਇਸ ਕਰਕੇ ਸੋਚਦਾ ਹੈ ਕਿ ਹੁਣ ਤੇ ਮੈਂ ਛੇਤੀ ਨਾਲ ਕਿਉਂ ਨਾ ਆਓ ਆਪਣਾ ਮਿੱਤਰ ਬਣਾ ਕੇ ਪ੍ਰਿਥੀ ਚੰਦ ਨੂੰ ਬੁਲਾ ਲਵਾਂ, ਕਰੋ ਮਨੋਰਥ ਆਪਣੋ ਪੂਰਨ। ਤੇ ਬੁਲਾ ਕਰਕੇ ਜਿਹੜਾ ਮੇਰਾ ਮਨੋਰਥ ਹੈ ਵੈਰ ਕਮਾਉਣ ਦਾ ਉਹ ਪੂਰਾ ਕਰ ਲਵਾਂ। ਦੋਹਰਾ ਲਿਖੀ ਪਤਰਕਾ ਤਬ ਭਲੇ ਆਪਨ ਜਨਾਇਓ ਪਿਆਰ। ਇਸ ਤਰ੍ਹਾਂ ਈਰਖਾ ਦੀ ਚਿਤਵਨੀ ਵਿੱਚ ਚੰਦੂ ਪਾਪੀ ਨੇ ਇੱਕ ਚਿੱਠੀ ਫੇਰ ਲਿਖੀ ਹੈ ਤੇ ਉਹ ਚਿੱਠੀ ਲਿਖ ਕਰਕੇ ਬੜਾ ਆਪਣੇ ਵੱਲੋਂ ਪਿਆਰ ਜਤਾਉਂਦਾ ਹੈ ਬਾਬਾ ਪ੍ਰਿਥੀ ਚੰਦ ਨੂੰ ਕਿ ਤੂੰ ਮੇਰਾ ਬੜਾ ਪਿਆਰਾ ਹੈ। ਆਵੋ ਮੋਏ ਸਮੀਪ ਅਬ ਦ્વੈਸ ਜੇ ਇਸੀ ਪ੍ਰਕਾਰ। ਕਿ ਜੇ ਤੇਰੇ ਮਨ ਵਿੱਚ ਵੀ ਇਸੇ ਤਰੀਕੇ ਦਾ ਗੁੱਸਾ ਹੈ, ਵੈਰ ਮੇਰੇ ਵਰਗਾ ਹੀ ਹੈ, ਤੇ ਫਿਰ ਆ ਕਰਕੇ ਮੈਨੂੰ ਮਿਲਣਾ ਕਰ, ਆਪਾਂ ਰਲ ਕੇ ਇਹਦਾ ਹੱਲ ਕੱਢਾਂਗੇ। ਚੌਪਈ ਰਚੋ ਜਤਨ ਮਿਲ ਸੰਗ ਤੁਮਾਰੇ। ਮੈਂ ਤੇਰੇ ਨਾਲ ਮਿਲ ਕਰਕੇ ਹੁਣ ਕੋਈ ਨਾ ਕੋਈ ਹੀਲਾ ਵਸੀਲਾ ਕਰਾਂਗਾ। ਗਹਿ ਲੈ ਹੂੰ ਤਤ ਛਿਨ ਤਿਸ ਮਾਰੇ। ਧੰਨ ਗੁਰੂ ਅਰਜਨ ਸਾਹਿਬ ਪ੍ਰਤੀ ਇਹੋ ਜਿਹੇ ਭਾਵ ਇਹਨਾਂ ਦੇ ਮਨ ਵਿੱਚ ਪਾਪੀਆਂ ਦੇ ਕਿ ਮੈਂ ਜਾ ਕਰਕੇ ਕਹਿੰਦੇ ਫਿਰ ਰਲ ਮਿਲ ਕੇ ਆਪਾਂ ਹੀਲਾ ਵਸੀਲਾ ਵਰਤਾਂਗੇ, ਯਤਨ ਕਰਾਂਗੇ ਤੇ ਛੇਤੀ ਨਾਲ ਜਾ ਕੇ ਉਹਨਾਂ ਨੂੰ ਪਕੜ ਲਵਾਂਗੇ। ਮੈਂ ਜੇ ਸਹਾਇਕ ਹੋਇਓ ਤੇਰਾ। ਤੇ ਚੰਦੂ ਕਹਿੰਦਾ ਜੇ ਮੈਂ ਤੇਰਾ ਸਹਾਇਕ ਬਣ ਗਿਆ, ਤੇਰੀ ਮਦਦ ਤੇ ਮੈਂ ਜੇ ਖੜ ਜਾਵਾਂ, ਬਨੈ ਕਾਜ ਤਜ ਕਸ਼ਟ ਬਡੇਰਾ। ਤੇਰੇ ਸਾਰੇ ਦੁੱਖ ਕੱਟੇ ਜਾਣਗੇ, ਤੇਰੇ ਸਾਰੇ ਕੰਮ ਬਣ ਜਾਣਗੇ। ਐ ਪ੍ਰਿਥੀ ਚੰਦ ਇਤ ਆਦਿਕ ਲਿਖ ਚਾਰ ਪਠਾਵਾ। ਇਸ ਤਰੀਕੇ ਦੇ ਨਾਲ ਚਿੱਠੀ ਲਿਖ ਕੇ ਆਪਣਾ ਸੰਦੇਸ਼ ਵਾਹਕ ਹਰਕਾਰਾ ਬਾਬੇ ਪ੍ਰਿਥੀ ਚੰਦ ਵੱਲ ਭੇਜ ਦਿੱਤਾ। ਮਿਲੋ ਆਨ ਕੋ ਜਿਮ ਗਹਿ ਜਾਵਾ। ਕਿ ਜਿੱਦਾਂ ਹੀ ਜਾ ਕੇ ਤੂੰ ਜਾ ਕੇ ਹਰਕਾਰੇ ਨੂੰ ਕਹਿੰਦੇ ਮਿਲੇ ਤੇ ਉਹਨਾਂ ਨੂੰ ਸੰਦੇਸ਼ਾ ਦੇ ਦੀ ਕਿ ਜਿੰਨੀ ਜਲਦੀ ਹੋ ਸਕੇ ਮੈਨੂੰ ਆ ਕਰਕੇ ਮਿਲਣਾ ਕਰੋ। ਪੰਥ ਉਲੰਘਤ ਕੋਠੇ ਆਇਓ। ਇਸ ਤਰੀਕੇ ਦੇ ਨਾਲ ਜਿਹੜਾ ਸੰਦੇਸ਼ਵਾਹਕ ਸੀ ਛੇਤੀ ਨਾਲ ਆਪਣਾ ਸਫ਼ਰ ਮੁਕਾ ਕਰਕੇ ਦਿੱਲੀੋਂ ਚੱਲ ਕੇ ਬਾਬੇ ਪ੍ਰਿਥੀ ਚੰਦ ਦੇ ਪਿੰਡ ਚਿੱਠੀ ਲੈ ਕੇ ਪਹੁੰਚ ਜਾਂਦਾ ਹੈ। ਮਿਲ ਪ੍ਰਿਥੀਏ ਸੋ ਸਕਲ ਸੁਨਾਇਓ। ਤੇ ਬਾਬੇ ਪ੍ਰਿਥੀ ਚੰਦ ਨੂੰ ਸਾਰੀ ਵਾਰਤਾ ਜਿਵੇਂ ਚੰਦੂ ਨੇ ਕਿਹਾ ਸੀ ਸਾਰੀ ਗੱਲ ਕਹਿ ਕੇ ਸੁਣਾਣੀ ਕੀਤੀ, ਨਾਲੇ ਚਿੱਠੀ ਵੀ ਸੌਂਪ ਦਿੱਤੀ ਹੈ। ਤੁਮ ਦਿਸਤੇ ਮੈਂ ਬਹੁ ਸਮਝਾਇਓ। ਤੇ ਹਰਕਾਰਾ ਕਹਿੰਦਾ ਹੈ ਕਿ ਚੰਦੂ ਦੀਵਾਨ ਦਾ ਕਹਿਣਾ ਤੇਰੇ ਵੱਲੋਂ ਬਾਬਾ ਪ੍ਰਿਥੀ ਚੰਦ ਨੂੰ ਕਹਿੰਦੇ ਨੇ ਕਿ ਤੇਰੇ ਵੱਲੋਂ ਮੈਂ ਬਹੁਤ ਖੁਸ਼ ਹਾਂ, ਤੇਰੇ ਵੱਲੋਂ ਮੈਂ ਵੀ ਕਹਿੰਦਾ ਹਰਕਾਰਾ ਮੈਂ ਬਹੁਤ ਚੰਗੀ ਤਰ੍ਹਾਂ ਪ੍ਰੇਰਨਾ ਕਰਕੇ ਸਮਝਾਇਆ ਸੀ ਚੰਦੂ ਨੂੰ। ਸੁਣ ਹਰਖਿਓ ਅਬ ਨਿਕਟ ਬੁਲਾਇਓ। ਇਸ ਕਰਕੇ ਮੇਰੀਆਂ ਗੱਲਾਂ ਤੇਰੇ ਪੱਖ ਦੇ ਵਿੱਚ ਕਈਆਂ ਸੁਣ ਕੇ ਚੰਦੂ ਖੁਸ਼ ਹੋ ਗਿਆ ਤੇ ਉਹ ਦੀਵਾਨ ਨੇ ਹੁਣ ਤੈਨੂੰ ਆਪਣੇ ਕੋਲ ਬੁਲਾਇਆ ਹੈ। ਮਿਲੋ ਦੋਨ ਕਿਉ ਸੁਧਰੈ ਕਾਜੂ। ਤੇ ਬਾਬਾ ਪ੍ਰਿਥੀ ਚੰਦ ਜੀ ਨੂੰ ਹੁਣ ਇਹ ਹਰਕਾਰਾ ਕਹਿੰਦਾ ਹੁਣ ਤੁਸੀਂ ਦੋਵੇਂ ਜਾਣੇ ਮਿਲ ਲਵੋ ਤੇ ਰਲ ਕਰਕੇ ਇਹ ਕੰਮ ਜਿਹੜਾ ਕਰ ਲੈਣਾ ਕਰੋ। ਉਠੋ ਚਰਨ ਧਰਮਗ ਮੈਂ ਆਜੂ। ਤੇ ਜਿਹੜਾ ਕੰਮ ਹੈ ਫਿਰ ਦੇਰ ਨਾ ਕਰੋ, ਜੇ ਛੇਤੀ ਨਾਲ ਆਪਣੇ ਭਰਾ ਨੂੰ ਪਕੜਨਾ ਚਾਹੁੰਦੇ ਜੇ, ਗ੍ਰਿਫਤਾਰ ਕਰਨਾ ਚਾਹੁੰਦੇ ਜੇ, ਤੇ ਹੁਣੇ ਹੀ ਇੱਕ ਕੰਮ ਕਰੋ, ਮੇਰੇ ਨਾਲ ਤੁਰੰਤ ਹੀ ਮੇਰੇ ਨਾਲ ਹੀ ਤੁਸੀਂ ਦਿੱਲੀ ਵੱਲ ਨੂੰ
ਚੰਦੂ ਦੀਵਾਨ ਨਾਲ ਮਿਲਣ ਵਾਸਤੇ ਰਵਾਨਾ ਹੋ ਜਾਓ। ਮੈਂ ਬੂਝੋ ਪਾਂਦਾ ਚੱਲ ਪਰੀਐ। ਤੇ ਕਿਸੇ ਕੋ ਜਾ ਕਰਕੇ ਪਾਂਦੇ ਆਦਿਕ ਕੋ ਨਾ ਪੁੱਛੇ। ਗੁਰੂ ਨਾਨਕ ਦੇ ਘਰ ਦਾ ਤੇ ਵੈਸੇ ਵੀ ਅਸੂਲ ਹੈ, ਕੋਈ ਕੰਮ ਸ਼ੁਰੂ ਕਰਨਾ ਹੈ ਕਿਸੇ ਤੋਂ ਪੁੱਛਣਾ ਨਹੀਂ ਸਿੱਖ ਪੁੱਛਦਾ। ਇਹ ਤੇ ਕੋਈ ਕੰਮ ਕਰਨਾ ਹੋਵੇ ਆ ਸ਼ਬਦ ਤੋਂ ਅਗਵਾਈ ਲੈਂਦਾ ਹੈ। ਕੀਤਾ ਲੋੜੀਐ ਕੰਮ ਸੁਹਾਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੁਰੂ ਦੇ ਅੱਗੇ ਅਰਦਾਸ ਕਰਕੇ ਸਿੱਖ ਕੋਈ ਕਾਰਜ ਕਰਦਾ। ਸਿੱਖ ਨਹੀਂ ਕਿਸੇ ਜੋਤਸ਼ੀ ਨੂੰ ਪੁੱਛਦਾ, ਸਿੱਖ ਨਹੀਂ ਕਦੀ ਪੱਤਰੀ ਵੇਖਦਾ, ਸ਼ਗਨ ਅਪਸ਼ਗਨ ਸਿੱਖ ਨਹੀਂ ਜੇ ਵਿਚਾਰਦਾ। ਪਰ ਜਿਵੇਂ ਉਸ ਵਕਤ ਦੇ ਆਮ ਸਮਾਜ ਦੀ ਉਹਨਾਂ ਦੀ ਰੀਤ ਸੀ, ਮਨ ਦੇ ਮਤ ਅਨੁਸਾਰ ਕਿਸੇ ਅਨਮਤ ਵਾਲਿਆਂ ਦੀ, ਉਹਨਾਂ ਦੇ ਅਨੁਸਾਰ ਜਾ ਕੇ ਕਿ ਪਾਂਧੇ ਨੂੰ ਜਾਂ ਕਿਸੇ ਨੂੰ ਪੁੱਛ ਕੇ ਚੱਲਿਆ ਜਾਂਦਾ ਸੀ। ਇਸ ਕਰਕੇ ਹਰਕਾਰਾ ਸਲਾਹ ਦਿੰਦਾ ਹੈ ਕਿ ਤੁਸੀਂ ਹੁਣ ਕਿਸੇ ਤੋਂ ਪੁੱਛਣਾ ਆਦਿਕ ਨਾ ਕਰੋ। ਆਪਨ ਮਨੋਰਥ ਪੂਰਨ ਕਰੀਐ। ਹੁਣ ਕੋਈ ਮਹੂਰਤ ਆਦਿਕ ਨਾ ਵੇਖਿਓ ਚੱਲਣ ਦਾ। ਜਿਹੜਾ ਕੰਮ ਹੈ ਮੇਰੇ ਨਾਲ ਤੁਰੰਤ ਚੱਲ ਪੋ ਤੇ ਆਪਣਾ ਕੰਮ ਪੂਰਨ ਕਰਨਾ ਕਰੋ। ਸੁਨ ਪ੍ਰਿਥੀਏ ਨੈ ਬਿਲਮ ਲਗਾਈ। ਪ੍ਰਿਥੀ ਚੰਦ ਤੇ ਪਹਿਲਾਂ ਹੀ ਤਿਆਰ ਬਰ ਤਿਆਰ ਸੋਚ ਵਿੱਚ ਸੀ ਕਿ ਕਿਵੇਂ ਮੈਂ ਜਾ ਕੇ ਚੰਦੂ ਨੂੰ ਮਿਲਾਂ। ਉਹਨੇ ਬਿਲਕੁਲ ਦੇਰੀ ਨਾ ਲਗਾਈ, ਇੱਕਦਮ ਤਿਆਰੀ ਕਰ ਲਈ ਹੈ। ਬੜਵਾ ਪਰ ਕਾਠੀ ਬੰਦਵਾਈ। ਤੇ ਜਿਹੜੀ ਘੋੜੀ ਸੀ ਉਹਦੇ ਉੱਪਰ ਕਾਠੀ ਪਾ ਕਰਕੇ ਉਹਨੂੰ ਵੀ ਹੁਣ ਤਿਆਰ ਕਰ ਲਿਆ ਹੈ। ਮਿਹਰਬਾਨ ਸੋ ਕਰ ਕਰ ਪਿਆਰੂ। ਬਾਬਾ ਪ੍ਰਿਥੀ ਚੰਦ ਦਾ ਅੱਗੇ ਪੁੱਤਰ ਹੈ ਬਾਬਾ ਮਿਹਰਬਾਨ। ਬਾਬੇ ਮਿਹਰਬਾਨ ਦੇ ਨਾਲ ਬਾਬਾ ਪ੍ਰਿਥੀ ਚੰਦ ਬੜਾ ਪਿਆਰ ਜਤਾਉਂਦੇ ਹਨ। ਚੋਰਿਓ ਕਰ ਚੌਕਸ ਪਰਵਾਰੂ। ਕਹਿੰਦੇ ਨੇ ਧਿਆਨ ਰੱਖੀ ਪਿੱਛੇ ਪਰਿਵਾਰ ਦਾ, ਜ਼ਿੰਮੇਵਾਰੀ ਹੁਣ ਤੇਰੇ ਤੇ ਛੱਡ ਕੇ ਚੱਲੇ ਹਾਂ। ਅਬ ਕੇ ਜਾਏ ਲੈ ਹੋਂ ਗਾਦੀ। ਸੁਚੇਤ ਨਹੀਂ ਕਿ ਹੁਣ ਤੇ ਤੂੰ ਬੇਫਿਕਰ ਹੋ ਜਾ ਕਿ ਐਤਕੀ ਮੈਂ ਚੰਦੂ ਨੂੰ ਮਿਲਾਂਗਾ ਤੇ ਗੁਰਗੱਦੀ ਹੁਣ ਤੈਨੂੰ ਹੀ ਦਵਾਵਾਂਗੇ। ਇਹ ਪ੍ਰਬੰਧ ਤੇਰੇ ਵਾਸਤੇ ਕਰਨ ਲੱਗੇ ਹਾਂ। ਸ਼ਾਹੋ ਦੀਵਾਨ ਭਇਓ ਬਹੁਬਾਦੀ। ਕਿ ਜਿਹੜਾ ਬਾਦਸ਼ਾਹ ਦਾ ਦੀਵਾਨ ਹੈ ਉਹ ਗੁਰੂ ਅਰਜਨ ਸਾਹਿਬ ਦਾ ਬੜਾ ਵਿਰੋਧੀ ਹੋਇਆ ਬੈਠਾ ਹੈ। ਕਹਿ ਇਤਿਆਦਿਕ ਕਰਮੋ ਸੰਗ। ਇਸੇ ਤਰੀਕੇ ਨਾਲ ਬਾਬੇ ਪ੍ਰਿਥੀ ਚੰਦ ਜਿੱਥੇ ਆਪਣੇ ਪੁੱਤਰ ਨਾਲ ਗੱਲਾਂ ਕਰਦੇ ਨੇ ਬਾਬੇ ਮਿਹਰਬਾਨ ਨਾਲ, ਉੱਥੇ ਬੀਬੀ ਕਰਮੋ ਜਿਹੜੀ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਹੈ ਉਹਨੂੰ ਵੀ ਮਿਲ ਕੇ ਗੱਲਾਂ ਕਰਕੇ ਇਵੇਂ ਕਹਿੰਦੇ ਹਨ। ਧੀਰਜ ਦੇ ਕਰ ਚਲਿਓ ਉਮੰਗ। ਹੌਸਲਾ ਦਿੱਤਾ ਹੈ ਬੜੀ ਖੁਸ਼ੀ ਨਾਲ ਕਿ ਹੁਣ ਤੇ ਸਾਡਾ ਕੰਮ ਹੋਇਆ ਹੀ, ਸਮਝੋ ਤੇਰੇ ਪੁੱਤ ਨੂੰ ਹੀ ਗੁਰਗੱਦੀ ਮਿਲੇਗੀ। ਇਸ ਕਰਕੇ ਬੜੀ ਖੁਸ਼ੀ ਨਾਲ ਹੌਸਲਾ ਦੇ ਕੇ ਚੱਲੇ ਹਨ। ਚਲੇ ਦੂਰ ਮਗਬਾ ਸੁਰ ਸਾਰੇ। ਪੂਰਾ ਦਿਨ ਜਿਹੜਾ ਸਫ਼ਰ ਹੈ ਹੁਣ ਉਹ ਤੁਰਦਿਆਂ ਜਿਵੇਂ ਘੋੜੇ ਤੇ ਬੈਠ ਕੇ ਚੱਲਦੇ ਹਨ ਬਾਬਾ ਪ੍ਰਿਥੀ ਚੰਦ ਜੀ। ਨਿਸਮੈ ਬਸੈ ਕੋ ਕਰਮ ਚਿਤਾਰੇ। ਪਰ ਰਾਤ ਸੌਣ ਲੱਗਿਆਂ ਵੀ ਮਨ ਵਿੱਚ ਭੈੜੀ ਚਿਤਵਨਾ ਹੈ, ਮਨ ਵਿੱਚ ਖੋਟ ਹੈ, ਮਨ ਵਿੱਚ ਈਰਖਾ ਹੀ ਭਰੀ ਹੋਈ ਹੈ। ਥੋਰਨ ਦਿਨ ਮੈਂ ਦਿੱਲੀ ਗਇਓ। ਰਹਿੰਦਾ ਸਫ਼ਰ ਮੁਕਾ ਕੇ ਬਾਬਾ ਪ੍ਰਿਥੀ ਚੰਦ ਜੀ ਦਿੱਲੀ ਭਾਵ ਦੀਵਾਨ ਚੰਦੂ ਦੇ ਕੋਲ ਉੱਥੇ ਸ਼ਹਿਰ ਨਗਰ ਵਿੱਚ ਪਹੁੰਚ ਗਏ ਹਨ। ਪਰ ਵੇਸ਼ਿਓ ਕਿਤ ਨਿਵੇਸ਼ ਕਰ ਦਿਓ। ਚੰਦੂ ਨੂੰ ਮਿਲਣ ਤੋਂ ਪਹਿਲਾਂ ਕਿਤੇ ਖਾਸ ਥਾਂ ਵੇਖ ਕਰਕੇ ਉਹਨਾਂ ਨੇ ਆਪਣਾ ਨਿਵਾਸ ਕੀਤਾ ਹੈ। ਪਠਿਓ ਦਾਸ ਤਵ ਚੰਦੂ ਪਾਸ। ਆਪਣਾ ਇੱਕ ਨੌਕਰ ਪਹਿਲਾਂ ਚੰਦੂ ਦੇ ਕੋਲ ਆਪਣਾ ਸੁਨੇਹਾ ਦੇਣ ਵਾਸਤੇ ਭੇਜ ਦਿੱਤਾ ਹੈ। ਆਇਓ ਮੈਂ ਉਰ ਧਰੇ ਹੁਲਾਸ। ਕਿ ਚੰਦੂ ਨੂੰ ਦੱਸ ਦਿਓ ਕਿ ਖੁਸ਼ ਹੋ ਜਾਵੇ ਕਿ ਉਹਦਾ ਮਿੱਤਰ ਜਿਹੜਾ ਹੈ ਮਿਲਣ ਵਾਸਤੇ ਆ ਗਿਆ ਹੈ। ਸੁਨ ਸੁਧ ਕੋ ਨਿਜ ਨਿਕਟ ਬੁਲਾਇਓ। ਚੰਦੂ ਨੇ ਖਬਰ ਸੁਣ ਲਈ ਕਿ ਬਾਬਾ ਪ੍ਰਿਥੀ ਚੰਦ ਆ ਗਏ ਨੇ। ਇਹ ਸੁਣ ਕਰਕੇ ਉਹਨੇ ਆਪਣਾ ਹਰਕਾਰਾ ਭੇਜ ਕੇ ਤੇ ਕੋਲ ਬੁਲਾਉਣ ਦੇ ਵਾਸਤੇ ਇਸ਼ਾਰਾ ਦੇ ਦਿੱਤਾ। ਜਾਏ ਦਾਸ ਨੇ ਤਬੈ ਸੁਨਾਇਓ। ਤੇ ਜਿਹੜਾ ਨੌਕਰ ਸੀ ਜਾ ਕੇ ਸਾਰੀ ਗੱਲ ਦੱਸਦਾ ਹੈ ਕਿ ਦੀਵਾਨ ਤੁਹਾਨੂੰ ਮਿਲਣਾ ਚਾਹੁੰਦਾ ਹੈ। ਗਮਨੋ ਤੁਰਤ ਕਾਜ ਬਨ ਆਇਓ। ਛੇਤੀ ਜਾਣਾ ਕਰੋ, ਮਾਨੋ ਤੁਹਾਡਾ ਤੇ ਕੰਮ ਬਣ ਹੀ ਗਿਆ ਸਮਝ ਲਵੋ। ਸੁਨ ਪ੍ਰਿਥਿਆ ਮਨ ਮੈਂ ਹਰਖਾਇਓ। ਬਾਬਾ ਪ੍ਰਿਥੀ ਚੰਦ ਇਹ ਗੱਲ ਸੁਣ ਕੇ ਬੜਾ ਖੁਸ਼ ਹੁੰਦੇ ਨੇ ਕਿ ਹੁਣ ਚੰਦੂ ਨਾਲ ਮੇਰਾ ਮੇਲ ਹੋ ਰਿਹਾ ਹੈ। ਸੁਖਮ ਬਹੁ ਪਾਲਣ ਕੋ ਜਾਮਾ। ਤੇ ਬਹੁਤ ਸੁੰਦਰ ਉਹਨਾਂ ਨੇ ਬੜਾ ਪਿਆਰਾ ਵਸਤਰ ਜਿਹੜੇ ਸੀ, ਬਰੀਕ ਕੱਪੜੇ ਜਿਹੜੇ ਉਹ ਪਹਿਨੇ ਨੇ। ਕਈ ਪੱਲਿਆਂ ਵਾਲਾ ਜਿਹੜਾ ਵਸਤਰ ਸੀ ਉਹ ਜਿਹੜਾ ਸੀ ਬੜਾ ਸੋਹਣੇ ਤਰੀਕੇ ਦੇ ਨਾਲ ਜਾਮਾ ਉਹਨਾਂ ਨੇ ਪਾਉਣਾ ਕੀਤਾ ਹੈ। ਪੈਰ ਪਾਗ ਬੰਦੀ ਅਬਰਾਮਾ। ਸਿਰ ਦੇ ਉੱਪਰ ਬੜੀ ਸਜਾ ਕਰਕੇ ਪੱਗ ਬੰਨੀ ਹੈ ਕਿ ਦੀਵਾਨ ਨੂੰ ਮਿਲਣ ਜਾਣਾ। ਗੁਰੂ ਕੀ ਗੋਦ 'ਚ ਬੈਠੇ ਹੋ ਦੁਨਿਆਵੀ ਬੰਦਾ ਕਿਸੇ ਦੁਨਿਆਵੀ ਪਦਵੀ ਤੇ ਬੈਠੇ ਬੰਦੇ ਨੂੰ ਮਿਲਣ ਜਾਵੇ ਤੇ ਬੜਾ ਸੋਹਣਾ ਸੱਜ ਧੱਜ ਕੇ ਜਾਂਦਾ ਹੈ। ਆ ਗੁਰੂ ਕੀ ਗੋਦ 'ਚ ਆਏ ਇੱਕ ਗੱਲ ਯਤਨ ਰੱਖੀਏ, ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੋਵੇ, ਮਹਾਰਾਜਿਆਂ ਦਾ ਵੀ ਮਹਾਰਾਜਾ ਹੋਵੇ, ਜਿਹੜਾ ਸੱਚਾ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਲੱਗਾ ਹੋਵੇ ਨਾ ਗੁਰੂ ਕੇ ਪਿਆਰ ਵਾਲਿਓ,
ਫਿਰ ਯਤਨ ਕਰੀਏ ਇੱਥੇ ਵੀ ਸੋਹਣੀ ਦਸਤਾਰ ਸਜਾ ਕੇ, ਜਿਹੜੇ ਨਾਲ ਗੁਰੂ ਦੀਆਂ ਖੁਸ਼ੀਆਂ ਮਿਲਣ। ਇਸ ਢੰਗ ਦੇ ਨਾਲ ਸੋਹਣੇ ਸੱਜ ਕੇ ਗੁਰੂ ਕੋਲ ਆਈਏ। ਸੋਹਣੀ ਦਸਤਾਰ ਗੁਰੂ ਨੂੰ ਬੜੀ ਚੰਗੀ ਲੱਗਦੀ। ਇਸ ਤਰੀਕੇ ਨਾਲ ਸਤਿਗੁਰੂ ਕਿਤੇ ਕਿਰਪਾ ਕਰਨ, ਪੰਜ ਕਕਾਰੀ ਸਾਰਿਆਂ ਦੇ ਤਨ ਤੇ ਵਰਦੀ ਸੱਜੀ ਹੋਏ ਸੁਚੇਤਨ ਸ਼ਸਤਰ ਸਜਾਵੋ। ਇਸ ਤਰੀਕੇ ਦੇ ਅਵਸਥਾ ਦੇ ਭਾਵ ਸਾਡੇ ਅੰਦਰ ਬਣੇ ਹੋਣ ਸੋਹਣੇ ਰੂਪ ਵਿੱਚ, ਜਿਹੋ ਜਿਹਾ ਗੁਰੂ ਸਾਹਿਬ ਬਾਣੀ ਤੇ ਬਾਣੇ ਦਾ ਰੂਪ ਚਾਹੁੰਦੇ ਨੇ। ਸੱਜ ਕੇ ਕਿਤੇ ਗੁਰੂ ਘਰ ਆਈਏ, ਗੁਰੂ ਦੀਆਂ ਖੁਸ਼ੀਆਂ ਮਿਲ। ਦੁਨਿਆਵੀ ਬੰਦਾ ਦੁਨਿਆਵੀ ਕਿਸੇ ਅਫਸਰ ਕੋਲ ਜਾਵੇ, ਉਹਦੀ ਖੁਸ਼ੀ ਵਾਸਤੇ ਬੜਾ ਸੱਜਦਾ ਧੱਜਦਾ ਹੈ। ਅਸੀਂ ਗੁਰੂ ਦੀ ਖੁਸ਼ੀ ਲੈਣੀ ਹੋਵੇ, ਅਸੀਂ ਵੀ ਯਤਨ ਕਰੀਏ ਕਿਹੋ ਜੇ ਗੁਰੂ ਨੂੰ ਚੰਗਾ ਲੱਗਾਂਗੇ, ਉਹੋ ਜੇ ਬਣ ਕੇ ਗੁਰੂ ਕੋਲ ਜਾਇਆ ਕਰੀਏ। ਰਹਿਮਤਾਂ ਮਿਲਣਗੀਆਂ। ਇੱਕ ਵਾਰ ਸਾਰੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਦੁਨਿਆਵੀ ਤੌਰ ਤੇ ਬਾਬਾ ਪ੍ਰਿਥੀ ਚੰਦ ਇੱਕ ਸਰਕਾਰੀ ਅਹਿਲਕਾਰ ਨੂੰ ਮਿਲਣ ਵਾਸਤੇ ਚੱਲੇ। ਸੋਹਣੀ ਸਿਰ ਤੇ ਵਧੀਆ ਦਸਤਾਰ ਸਜਾਉਂਦੇ ਹਨ। ਪੁਨ ਚੰਦੂ ਕੇ ਦਾ ਬੇਹੇਤ, ਫਿਰ ਚੰਦੂ ਨੂੰ ਖੁਸ਼ ਕਰਨਾ ਹੈ, ਉਹਨੂੰ ਦੇਣ ਵਾਸਤੇ ਵੀ ਕੁਝ ਚੀਜ਼ਾਂ ਲਈਆਂ ਹਨ। ਜਿਮ ਸਿਰ ਪਾਓ ਗੁਰੂ ਸਿੱਖ ਦੇਤ, ਜਿਵੇਂ ਸਤਿਗੁਰੂ ਸਾਹਿਬਾਨ ਆਪਣੇ ਸਿੱਖਾਂ ਨੂੰ ਸੁੰਦਰ ਸਿਰੋਂ ਪਾਓ ਦਿਆ ਕਰਦੇ ਨੇ, ਮਾਣ ਦਿਆ ਕਰਦੇ ਨੇ। ਕਿਸੇ ਦੀ ਸੇਵਾ ਤੇ ਰੀਝ ਕੇ ਖੁਸ਼ ਕੇ, ਇਹਨੂੰ ਕੋਈ ਛੋਟਾ ਜਿਹਾ ਕੱਪੜਾ ਨਾ ਸਮਝ ਲਓ। ਇਹ ਗੁਰੂ ਦੀ ਬੜੀ ਵੱਡੀ ਰਹਿਮਤ ਹੁੰਦੀ ਹੈ ਜਦੋਂ ਗੁਰੂ ਸਾਹਿਬ ਕਿਸੇ ਨੂੰ ਇਹ ਸਿਰੋਂ ਪਾਓ ਦੀ ਬਖਸ਼ਿਸ਼ ਦਿਆ ਕਰਦੇ ਨੇ। ਇਹਦਾ ਸਤਿਕਾਰ ਕਰਨਾ, ਇਹਦਾ ਮਾਣ ਵੀ ਕਰਿਆ ਕਰੀਏ। ਤੇ ਇੱਧਰ ਆਪਣੇ ਆਪ ਨੂੰ, ਕਿਉਂਕਿ ਗੁਰੂ ਹੋਣ ਦਾ ਦਾਵਾ ਬਾਬਾ ਪ੍ਰਿਥੀ ਚੰਦ ਕਰਦਾ, ਉਸੇ ਤਰੀਕੇ ਦੇ ਨਾਲ ਹਾਵ ਭਾਵ ਬਣਾ ਕਰਕੇ ਉਹਨੇ ਸਰੋਪਾ ਦੇਣ ਦਾ ਰੂਪ ਧਾਰਨ ਕਰਕੇ ਇਦਾਂ ਸੁੰਦਰ ਵਸਤਰ ਲੈ ਲਏ ਹਨ। ਅਦਕ ਮੋਲ ਕੀ ਪਾਗ ਮੰਗਾਈ, ਬਹੁਤ ਮੁੱਲ ਦੀ ਵਧੀਆ ਕੱਪੜੇ ਦੀ ਜਿਹੜੀ ਪੱਗ ਹੈ ਸਿਰ ਤੇ ਬੰਨਣ ਵਾਲੀ, ਕਹਿੰਦੇ ਉਹ ਸਰੋਪਾ ਦੇਣ ਵਾਸਤੇ ਮੰਗਵਾਣੀ ਕੀਤੀ ਹੈ। ਜਰੀ ਸ਼ੋਰ ਦਵੈ ਬਹੁਤ ਲਗਾਈ, ਜਿਹਦੇ ਦੋਵਾਂ ਪਾਸੇ ਕਿਨਾਰਿਆਂ ਤੇ ਜਰੀ ਲੱਗੀ ਹੋਈ ਸੀ, ਬੜੀ ਸੋਹਣੀ ਲੱਗਦੀ ਸੀ। ਪੈਸੇ ਲਿਓ ਦੁਕੂਲ ਅਸ਼ੇਰਾ, ਇਸੇ ਤਰੀਕੇ ਨਾਲ ਰੇਸ਼ਮੀ ਵਸਤਰ ਆਦਿਕ ਜਿਹੜੇ ਲਏ ਨੇ ਸਰੋਪਾਓ ਦੇਣ ਵਾਸਤੇ। ਤੇ ਸਿਹਤ ਖਰਚਿਓ ਮੋਲ ਵਡੇਰਾ, ਬਹੁਤ ਧੰਨ ਬਾਬਾ ਪ੍ਰਿਥੀ ਚੰਦ ਨੇ ਇਸ ਤਰ੍ਹਾਂ ਇਹਨਾਂ ਵਸਤਰਾਂ ਨੂੰ ਲੈਣ ਵਾਸਤੇ ਖਰਚ ਕੀਤਾ ਹੈ। ਦਾਸ ਪਾਸ ਤੇ ਸੋ ਉਚਵਾਏ, ਆਪਣੇ ਨਾਲ ਦੇ ਨੌਕਰ ਦੇ ਕੋਲੋਂ ਉਹ ਸਾਰੀਆਂ ਚੀਜ਼ਾਂ ਚੁਕਵਾ ਲਈਆਂ ਬਾਬਾ ਪ੍ਰਿਥੀ ਚੰਦ ਨੇ। ਅਪਰ ਬਸਤਰ ਤੇ ਲੀਨ ਦੁਰਾਏ, ਹੋਰ ਵਸਤਰ ਆਦਿਕ ਲੈ ਕਰਕੇ ਸਾਰਿਆਂ ਦੇ ਨਾਲ ਚੱਲ ਪਏ ਹਨ। ਕਛੁਕ ਸੰਗ ਨਰ ਪਹੁੰਚਿਓ ਜਾਈ, ਕਹਿੰਦੇ ਕੁਝ ਬੰਦੇ ਜਿਹੜੇ ਨੇ ਸੁਨੇਹਾ ਦੇਣ ਵਾਸਤੇ ਪਹਿਲਾਂ ਹੀ ਜਾ ਕੇ ਚੰਦੂ ਨੂੰ ਜਾ ਕੇ ਦੱਸਦੇ ਹਨ ਆਵਤ ਹੈ ਸੁਧ ਅਗਰ ਪਠਾਈ, ਕਿ ਬਾਬਾ ਪ੍ਰਿਥੀ ਚੰਦ ਆ ਰਹੇ ਨੇ। ਅੱਗੇ ਜਾ ਕੇ ਕਿਸੇ ਨੇ ਖਬਰ ਅੱਗੇ ਚੰਦੂ ਨੂੰ ਜਾ ਕੇ ਸੁਣਾਉਣੀ ਕੀਤੀ। ਖਰੋ ਭਇਓ ਚੰਦੂ ਜਬ ਹੇਰਾ, ਇੱਧਰ ਚੰਦੂ ਨੂੰ ਪਤਾ ਲੱਗਦਾ ਏ, ਮਗਰ ਬਾਬਾ ਪ੍ਰਿਥੀ ਚੰਦ ਵੀ ਪਹੁੰਚ ਜਾਂਦੇ ਨੇ। ਤੇ ਸਾਹਮਣੇ ਜਦੋਂ ਚੰਦੂ ਨੇ ਬਾਬਾ ਪ੍ਰਿਥੀ ਚੰਦ ਨੂੰ ਖੜਿਆਂ ਵੇਖਿਆ ਹੈ, ਮਿਲੇ ਭੁਜਨ ਭਰ ਜੋਗ ਤੇ ਸਵੇਰਾ, ਬਾਹਾਂ ਫੈਲਾ ਕੇ ਗਲਵੱਕੜੀ ਵਿੱਚ ਲੈ ਕੇ ਇੱਕ ਦੂਜੇ ਨੂੰ ਜਿੱਥੇ ਵਹਿੰਦੇ ਨੇ ਤੇ ਬੜਾ ਘੁੱਟ ਕੇ ਬਾਹਾਂ ਫੈਲਾ ਕੇ ਇੱਕ ਦੂਜੇ ਨੂੰ ਮਿਲਦੇ ਹਨ। ਹੁਣ ਬੈਠੇ ਇੱਕ ਆਸਣ ਦੋ, ਪਰ ਇੱਕੋ ਹੀ ਆਸਣ ਤੇ ਬਾਬਾ ਪ੍ਰਿਥੀ ਚੰਦ ਤੇ ਚੰਦੂ ਪਾਪੀ ਬੈਠਦੇ ਹਨ। ਦੇਖ ਪਰਸਪਰ ਹਰਖਤ ਸੋ, ਇੱਕ ਦੂਜੇ ਨੂੰ ਵੇਖ ਕੇ, ਕਿਉਂਕਿ ਈਰਖਾ ਦੇ ਭਾਵ ਸਨ। ਮਨੋਰਥ ਦੋਵਾਂ ਦਾ ਇੱਕੋ ਸੀ, ਗੁਰੂ ਘਰ ਨਾਲ ਵੈਰ ਕਮਾਉਣ ਵਾਲਾ ਤੇ ਈਰਖਾ ਤੇ ਵੈਰ ਕਮਾਉਣ ਵਾਲੇ। ਹੁਣ ਦੋਵੇਂ ਇਕੱਠੇ ਹੋ ਕਰਕੇ ਬੜੇ ਖੁਸ਼ ਹੁੰਦੇ ਹਨ ਇੱਕ ਦੂਜੇ ਨੂੰ ਮਿਲ ਕੇ। ਪ੍ਰਥਮ ਪ੍ਰਥੀਏ ਪ੍ਰਿਥਕ ਕਰਨ ਕੀ, ਪਹਿਲਾਂ ਬਾਬਾ ਪ੍ਰਿਥੀ ਚੰਦ ਆਪਣੀਆਂ ਜਿਹੜੀਆਂ ਬਾਤਾਂ ਸੁਣਾਉਂਦੇ ਨੇ ਕਿ ਮੈਂ ਕਿਵੇਂ ਜਿਹੜਾ ਹੈ ਗੁਰੂ ਘਰ ਤੋਂ ਵੱਖਰਾ ਹੋਇਆ ਹਾਂ, ਭਾਵ ਮੈਂ ਕਿਸ ਤਰੀਕੇ ਦੇ ਨਾਲ ਇਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਘਰ ਦਰ ਤੋਂ ਵੱਖਰਾ ਹੋ ਕੇ ਕਿਉਂ ਚੱਲ ਰਿਹਾ ਹਾਂ। ਕਹੀ ਵਾਰਤਾ ਜਥਾ ਗੁਰਨ ਕੀ, ਗੁਰੂ ਘਰ ਦੀ ਸਾਰੀ ਗੱਲਬਾਤ ਜਿਹੜੀ ਸੀ ਪਹਿਲਾਂ ਦੱਸਣੀ ਕੀਤੀ ਹੈ। ਮੈਂ ਜੇਸ਼ਟ ਸੁਤ ਬੈਠਿਓ ਰਹਿਓ, ਕਿ ਮੈਂ ਵੱਡਾ ਪੁੱਤਰ ਗੁਰੂ ਰਾਮਦਾਸ ਪਾਤਸ਼ਾਹ ਦਾ ਤੇ ਮੈਂ ਗੁਰਗੱਦੀ ਤੇ ਬੈਠਾ ਨਹੀਂ, ਮੈਂ ਤੇ ਇਸੇ ਤਰ੍ਹਾਂ ਰਹਿ ਗਿਆ। ਬਲ ਛਲ ਤੇ ਗੁਰਤਾ ਪਦ ਲਹਿਓ, ਤੇ ਛੋਟਾ ਜਿਹੜਾ ਸੀ ਉਹ ਵਲ ਛਲ ਕਰਕੇ ਗੁਰਗੱਦੀ ਪ੍ਰਾਪਤ ਕਰ ਗਿਆ ਹੈ। ਉਤੇ ਨਾਨਕੇ ਗੋਇੰਦਵਾਲ, ਕਿ ਇਹਨਾਂ ਦੇ ਮੇਰੇ ਵੀ ਨਾਨਕੇ ਜਿਹੜੇ ਗੋਇੰਦਵਾਲ ਸੀ ਤੇ ਨਾਨਕਿਆਂ ਨੇ ਵੀ ਮੇਰਾ ਪੱਖ ਕਹਿੰਦੇ ਨਹੀਂ ਪੂਰਿਆ ਹੈ। ਉਹ ਨਾਨਕੇ ਵੀ ਛੋਟੇ ਦੇ ਪੱਖ ਵਿੱਚ। ਕਹਿਣ ਦਾ ਭਾਵ ਇਸ ਤਰੀਕੇ ਨਾਲ ਗੱਲਾਂ ਦੱਸ ਰਹੇ ਨੇ। ਪਰ ਕਿਉਂਕਿ ਜਿਹੜਾ ਦੁਸ਼ਮਣ ਹੋਵੇ ਗੁਰੂ ਘਰ ਦਾ, ਉਹਨੇ ਇਹ ਨਹੀਂ ਵੇਖਣਾ ਕਿ ਸੱਚ ਬੋਲਦਾ ਕਿ ਉਹਨੇ ਤੇ ਆਪਣੇ ਨਾਲ ਰਲਾਉਣਾ ਹੈ। ਨਾਨਕੇ ਵੀ ਕਹਿੰਦੇ ਨੇ ਬਾਬਾ ਪ੍ਰਿਥੀ ਚੰਦ ਕਿ ਉਹ ਵੀ ਮੇਰਾ ਸਾਥ ਨਹੀਂ ਦਿੰਦੇ,
ਨਾਨਕੇ ਵੀ ਛੋਟੇ ਦੇ ਪੱਖ ਵਿੱਚ ਹੀ ਖਲੋ ਗਏ ਸਨ। ਤਿਨ ਕੋ ਪੱਖੀ ਕੀਨ ਵਿਸਾਲ, ਗੋਇੰਦਵਾਲ ਮੇਰੇ ਨਾਨਕੇ ਤੇ ਉਹ ਨਾਨਕਾ ਪਰਿਵਾਰ ਵੀ ਸਾਰਾ ਉਹ ਛੋਟੇ ਦਾ ਹੀ ਪੱਖ ਪੂਰਦਾ ਹੈ। ਵਿਸਾਲ ਇੱਕ ਭੱਲਾ ਤਹਿ ਤੇ ਗੁਰਦਾਸ, ਤੇ ਇੱਕ ਭੱਲਿਆਂ ਦੇ ਪਰਿਵਾਰ ਵਿੱਚੋਂ ਮੇਰੇ ਨਾਨਕਿਆਂ ਦੇ ਪਰਿਵਾਰ ਚੋਂ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਿਸ਼ਤੇ ਵਜੋਂ ਭਤੀਜੇ ਨੇ। ਤੇ ਜਿਹੜਾ ਇਹ ਪਰਿਵਾਰ ਭੱਲਿਆਂ ਦਾ ਪਰਿਵਾਰ ਭਾਈ ਗੁਰਦਾਸ ਜੀ, ਤੇ ਭਾਈ ਗੁਰਦਾਸ ਜੀ ਦੇ ਬਾਰੇ ਵਿੱਚ ਵੀ ਕਹਿੰਦੇ ਨੇ ਉਹ ਵੀ ਇੱਕ ਉਸੇ ਪਰਿਵਾਰ ਚੋਂ ਹੈ। ਸੋ ਲੈ ਲੈ ਸੰਗਤ ਤਿਸ ਪਾਸ, ਜਿਹੜੇ ਭਾਈ ਗੁਰਦਾਸ ਜੀ ਦੇ ਪਾਸੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਦੇ ਸੁੰਦਰ ਅਸਥਾਨਾਂ ਦੇ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਦੀ ਲਿਖਾਈ ਦਾ ਕਾਰਜ ਜਿਹੜਾ ਅਸੀਂ ਕਰਾਇਆ, ਜਿਨ੍ਹਾਂ ਦੀ ਰਚਨਾ ਨੂੰ ਸਿੱਖ ਪੰਥ ਵਿੱਚ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਸਿੱਖ ਉਸੇ ਭਾਵਨਾ ਨਾਲ ਸਤਿਕਾਰ ਕਰਦੇ ਨੇ, ਪੜ੍ਹਦੇ ਨੇ, ਗਾਉਂਦੇ ਹਨ ਕਿ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਵਾਸਤੇ। ਉਹ ਭਾਈ ਗੁਰਦਾਸ ਜੀ ਦੇ ਬਾਰੇ ਵਿੱਚ ਵੀ ਇਸ ਤਰੀਕੇ ਨਾਲ ਬਾਬਾ ਪ੍ਰਿਥੀ ਚੰਦ ਕਹਿੰਦੇ ਹਨ, ਕਰੇ ਮਿਲਾਵਨ ਧਨ ਅਰ ਪਾਵੈ। ਕਿ ਬਾਬਾ ਪ੍ਰਿਥੀ ਚੰਦ ਕਹਿੰਦੇ ਨੇ ਕਿ ਜਿਹੜੇ ਭਾਈ ਗੁਰਦਾਸ ਨੇ ਉਹ ਭਾਵੇਂ ਮੇਰੇ ਰਿਸ਼ਤੇ ਦੇ ਵਿੱਚੋਂ ਨਾਨਕੇ ਪਰਿਵਾਰ ਚੋਂ ਨੇ, ਉਹ ਵੀ ਸੰਗਤ ਨੂੰ ਲਿਆ ਕੇ ਉਹਨਾਂ ਕੋਲ ਛੱਡਦੇ ਨੇ। ਸੰਗਤ ਆਉਂਦੀ ਹੈ ਉਹਨਾਂ ਦੇ ਰਾਹੀਂ ਪ੍ਰੇਰਨਾ ਕਰਕੇ, ਕਿਉਂਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੇਸ਼ਾਂ ਵਿਦੇਸ਼ਾਂ ਵਿੱਚ ਭਾਈ ਗੁਰਦਾਸ ਜੀ ਨੇ ਕੀਤਾ। ਬਹੁਤਾ ਯੂਪੀ ਦੇ ਵੀ ਬਹੁਤੇ ਇਲਾਕਿਆਂ ਦੇ ਵਿੱਚ ਰਹਿ ਕਰਕੇ ਭਾਈ ਗੁਰਦਾਸ ਜੀ ਨੇ ਸਿੱਖੀ ਦਾ, ਆਗਰੇ ਆਦਿਕ ਦੇ ਇਲਾਕਿਆਂ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ ਭਾਈ ਗੁਰਦਾਸ ਜੀ ਨੇ। ਇਸੇ ਤਰੀਕੇ ਦੇ ਨਾਲ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਤੇ ਭਾਵ ਮਸੰਦਾਂ ਦੇ ਰਾਹੀਂ ਧਨ ਕਾਰ ਭੇਟਾ ਬਾਬਾ ਪ੍ਰਿਥੀ ਚੰਦ ਕੋਲ ਸਾਂਭ ਲੈਂਦੇ ਸਨ, ਤੇ ਉਸ ਵਕਤ ਸੰਗਤ ਨੂੰ ਲੰਗਰ ਛਕਣ ਵਾਸਤੇ ਗੁਰੂ ਅਰਜਨ ਸਾਹਿਬ ਕੋ ਭੇਜ ਦਿੰਦੇ ਸਨ। ਜੋ ਘਰ ਦੇ ਗਹਿਣੇ ਗੱਟੇ ਵੀ ਮਾਤਾ ਗੰਗਾ ਦੇ ਵੇਚ ਕੇ ਲੰਗਰ ਦੇ ਵਿੱਚ ਲਾ ਦਿੱਤੇ ਸਨ। ਆਪ ਰੁੱਖਾ ਸੁੱਖਾ ਛਕਦੇ ਸੀ, ਸੰਗਤ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਦੀ ਕਰਿਆ ਕਰਦੇ ਸਨ। ਉਹ ਗੁਰਦੁਆਰਾ ਪਿਪਲੀ ਸਾਹਿਬ ਵਾਲੇ ਸਥਾਨ ਤੇ ਬਾਅਦ ਭਾਈ ਗੁਰਦਾਸ ਜੀ ਨੂੰ ਪਤਾ ਲੱਗਣ ਤੇ ਨਾਕੇ ਲਾ ਕੇ ਸੰਗਤ ਨੂੰ ਸੁਚੇਤ ਕੀਤਾ ਸੀ ਕਿ ਬਾਬਾ ਪ੍ਰਿਥੀ ਚੰਦ ਖੋਟ ਕਮਾਉਂਦਾ। ਹੁਣ ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਦੇ ਪ੍ਰਤੀ ਵੀ ਕਹਿੰਦੇ ਉਹ ਵੀ ਸੰਗਤ ਨੂੰ ਲਿਆ ਕੇ ਉਹਨਾਂ ਨੂੰ ਹੀ ਮਿਲਾਉਂਦੇ ਹਨ। ਕਹਿ ਕਹਿ ਮਹਿਮਾ ਅਦਕ ਵਧਾਵੈ, ਉਹ ਵੀ ਉਹਨਾਂ ਦੀ ਵਡਿਆਈ ਕਰ ਕਰਕੇ ਵਧਾਉਂਦੇ ਹਨ। ਦੇਸ਼ ਵਿਦੇਸ਼ਨ ਮੈਂ ਪ੍ਰਗਟਾਇਓ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਅਰਜਨ ਸਾਹਿਬ ਦੀਆਂ ਵਡਿਆਈਆਂ ਕਰਕੇ ਉਹਨੂੰ ਪ੍ਰਗਟ ਕੀਤਾ ਹੈ। ਧਨੀ ਹੋਏ ਕਰ ਗਰਭ ਵਡਾਇਓ, ਇਸ ਤਰੀਕੇ ਦੇ ਨਾਲ ਬਹੁਤ ਧਨ ਉਹਨਾਂ ਕੋਲ ਆਉਂਦਾ ਹੈ ਜਿਹਦਾ ਉਹ ਮਾਣ ਕਰਦੇ ਨੇ। ਹੰਕਾਰ ਵਿੱਚ ਅੰਦਰ ਆਪ ਬਾਬਾ ਪ੍ਰਿਥੀ ਚੰਦ ਗੁਰੂ ਘਰ ਦੇ ਪ੍ਰਤੀ ਇਦਾਂ ਦੇ ਦੋਸ਼ਣ ਲਾਉਂਦੇ ਆ, ਕਈ ਤੋਹਮਤਾਂ ਜਿਹੜੀਆਂ ਉਹਨਾਂ ਨੇ ਲਾਈਆਂ ਹਨ। ਤੇ ਇਸ ਤਰੀਕੇ ਨਾਲ ਇਹ ਦੁਸ਼ਟ ਸਭਾ ਮਿਲ ਕੇ ਕਿਵੇਂ ਸਲਾਹਾਂ ਕਰਦੀ ਹੈ, ਕਿਵੇਂ ਇਹ ਵਿਉਂਤਾਂ ਬਣਾਉਂਦੇ ਨੇ। ਇੱਕ ਪਾਸੇ ਚੰਦੂ ਦਾ ਬਾਬਾ ਪ੍ਰਿਥੀ ਚੰਦ ਨਾਲ ਇਹ ਮੇਲ ਹੁੰਦਾ ਹੈ, ਦੂਸਰੇ ਪਾਸੇ ਗੁਰੂ ਕੀ ਨਗਰੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਸਿੱਖੀ ਪ੍ਰਚਾਰ ਪ੍ਰਸਾਰ ਦੇ ਕਾਰਜ ਉਵੇਂ ਹੀ ਚਲਾਉਂਦੇ ਹੈ। ਅੱਗੇ ਗੋਇੰਦਵਾਲ ਸਾਹਿਬ ਦੀ ਧਰਤੀ ਵੱਲ ਨੂੰ ਸਿੱਖੀ ਪ੍ਰਚਾਰ ਵਾਸਤੇ ਉਹਨਾਂ ਜਾਣਾ ਹੈ। ਇਹ ਸਾਰੇ ਪ੍ਰਸੰਗ ਅੱਗੇ ਕੱਲ੍ਹ ਦੇ ਦੀਵਾਨ ਦੇ ਵਿੱਚ ਅੱਗੇ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ। ਇੰਨੀਆਂ ਬੇਨਤੀਆਂ ਨਾਲ ਖਿਮਾ ਦੇ ਜਾਚਕਾਂ ਸਤਿਗੁਰੂ ਸਭ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਤੇ ਮਿਹਰ ਕਰਨ। ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਆਓ ਆਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਰੇ ਮਿਲਾਵਨ ਧਨ ਅਰ ਪਾਵੈ, ਕਹਿ ਕਹਿ ਮਹਿਮਾ ਅਦਕ ਵਧਾਵੈ। ਦੇਸ਼ ਵਿਦੇਸ਼ਨ ਮੈਂ ਪ੍ਰਗਟਾਇਓ, ਧਨੀ ਹੋਏ ਕਰ ਗਰਭ ਵਡਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।